गुरु प्यारे सासू जी नानक नाम चढ़ती कला तेरे पानी सदा। जेता समुंद सागर नीर भरियो तेते औगण हमारे, दया करो किछ मेहर पावो डुबदे पत्थर तारे। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਸੰਗ੍ਰਹਿ ਬਾਣੀ ਦੇ ਵਿੱਚੋਂ ਸਾਹਿਬ ਬਿਆਨ ਕਰਦੇ ਆ ਕਿ ਹੇ ਦਾਤਾ, ਹੇ ਮੇਰੇ ਨਾਨਕ, ਹੇ ਅਕਾਲ ਪੁਰਖ, ਹੇ ਪ੍ਰਭੂ, ਹੇ ਭਗਵਾਨ, ਜਿਸ ਤਰ੍ਹਾਂ ਸਮੁੰਦਰ ਪਾਣੀ ਦੇ ਨਾਲ ਭਰਿਆ ਹੋਇਆ ਤੇ ਉਹਦੇ ਵਿੱਚ ਜਾਨਵਰਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਬੇਅਥਾਹ ਜਾਨਵਰ ਆ ਉਹਦੇ ਵਿੱਚ। ਇਸੇ ਤਰ੍ਹਾਂ ਸਾਡੇ ਮਨ ਰੂਪੀ ਸਮੁੰਦਰ ਦੇ ਅੰਦਰ ਇੰਨੇ ਕੁ ਗੁਨਾਹ ਕੀਤੇ ਹੋਏ ਆ ਔਰ ਇੰਨੇ ਕੁ ਗੁਨਾਹ ਇਹਨੇ ਕੀਤੇ ਆ ਜਿਹੜੇ ਗਿਣਤੀ ਤੋਂ ਬਾਹਰ ਹੈਗੇ ਆ। ਜੇਤਾ ਸਮੁੰਦਰ ਸਾਗਰ ਨੀਰ ਭਰਿਓ, ਨੀਰ ਵੀ ਪਾਣੀ। ਜਿੱਦਾਂ ਸਮੁੰਦਰ ਪਾਣੀ ਦੇ ਨਾਲ ਭਰਿਆ ਤੇ ਪਾਣੀ ਦੇ ਵਿੱਚ ਜੀਵ ਜੰਤੂ, ਇੱਦਾਂ ਸਾਡੇ ਮਨ ਰੂਪੀ ਸਮੁੰਦਰ ਦੇ ਵਿੱਚ ਗੁਨਾਹਾਂ ਦੀ ਇੰਨੀ ਗਿਣਤੀ ਆ ਕਿ ਗਿਣੀ ਨਹੀਂ ਜਾ ਸਕਦੀ। ਬੇਨਤੀ ਕੀਤੀ ਪਾਤਸ਼ਾਹ ਨੇ ਕਿ ਹੇ ਮੇਰੇ ਦਾਤਾ, ਸਾਡੇ ਜੀਵਾਂ ਦੇ ਉੱਤੇ ਰਹਿਮਤ ਕਰ, ਦਇਆ ਕਰੋ, ਕਿਛ ਮਿਹਰ ਪਾਵੋ। ਹੇ ਦਇਆਵਾਨ ਦਾਤਾ, ਸਾਡੇ ਤੇ ਕਿਰਪਾ ਕਰ, ਦਇਆ ਕਰ। ਇਹਨਾਂ ਜਿਹੜੇ ਗੁਨਾਹ ਸਾਡੇ ਹੈਗੇ ਆ, ਇਹ ਜਿਹੜੇ ਪਾਪ ਹੈਗੇ ਆ ਸਾਡੇ, ਇਹਨਾਂ ਦੇ ਵਿੱਚੋਂ ਸਾਨੂੰ ਆਜ਼ਾਦ ਕਰਾ ਲੈ। ਕਿਉਂ? ਤੂੰ ਬਖਸ਼ਣਹਾਰ ਹੈ, ਤੂੰ ਪਾਲਣਹਾਰ ਵੀ ਆ ਤੇ ਬਖਸ਼ਣਹਾਰ ਵੀ ਆ। ਤੂੰ ਦਾਤਾ ਪਾਲਣਹਾਰਾ, ਸੱਚਾ ਸਿਰਜਣਹਾਰ ਜੀ। ਹੇ ਦਾਤਾ ਪ੍ਰਿਤਪਾਲਕ, ਸਾਨੂੰ ਇਹਨਾਂ ਗੁਨਾਹਾਂ ਦੇ ਵਿੱਚੋਂ ਨਿਕਲਣ ਦੇ ਵਾਸਤੇ ਪਤਾ ਨਹੀਂ ਕਿੰਨੇ ਯੁੱਗ ਬੀਤ ਚੱਲਿਆ। ਇੱਕ ਜਨਮ ਨਹੀਂ, ਕਈ ਜਨਮਾਂ ਤੋਂ ਤੜਫਦੇ ਤਰਸਦੇ ਚਲੇ ਆ ਰਹੇ। ਹਰ ਤਰ੍ਹਾਂ ਦਾ ਤਰੀਕਾ ਕੀਤਾ, ਹਰ ਤਰ੍ਹਾਂ ਦਾ ਯੋਗ ਅਭਿਆਸ ਕੀਤਾ, ਪੁੰਨ ਦਾਨ ਕਰਕੇ ਵੇਖਿਆ, ਪਾਠ ਕੀਤੇ, ਪੂਜਾ ਕੀਤੀ, ਹਰ ਚੀਜ਼ ਕੀਤੀ, ਪਰ ਫਿਰ ਵੀ ਇਹਨਾਂ ਗੁਨਾਹਾਂ ਦੇ ਵਿੱਚੋਂ, ਇਹਨਾਂ ਪਾਪਾਂ ਦੇ ਵਿੱਚੋਂ ਅਸੀਂ ਨਿਕਲ ਨਹੀਂ ਸਕੇ। ਸਵੇਰ ਤੋਂ ਸ਼ਾਮ ਤੱਕ ਆਪਣੀ ਉਮਰ ਦੇ ਲਿਹਾਜ਼ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਭਟਕਦੇ ਫਿਰਦੇ ਹਾਂ। ਕਦੀ ਕਿਸੇ ਮੰਦਰ, ਕਦੀ ਗੁਰਦੁਆਰੇ, ਕਦੀ ਕਿਸੇ ਢੇਰੀ ਦੇ ਉੱਤੇ, ਕਦੀ ਕਿਸੇ ਸਿਆਣੇ ਕੋ, ਕਦੀ ਕਿਸੇ ਬਾਬੇ ਕੋ, ਕਦੀ ਕਿਤੇ। ਦਾਤਾ ਕੋਈ ਐਸਾ, ਜਿੱਥੇ ਵੀ ਸਾਨੂੰ ਕਿਸੇ ਨੇ ਕਿਹਾ, ਐਸੀ ਥਾਂ ਜੋ ਵੀ ਸਾਨੂੰ ਕਿਸੇ ਨੇ ਦੱਸੀ, ਹਰ ਥਾਂ 'ਤੇ ਗਏ, ਲੇਕਿਨ ਇਹਨਾਂ ਗੁਨਾਹਾਂ ਤੋਂ, ਇਹਨਾਂ ਪਾਪਾਂ ਦੇ ਵਿੱਚੋਂ ਅਸੀਂ ਆਜ਼ਾਦ ਨਹੀਂ ਹੋ ਸਕੇ। ਥੱਕ ਕੇ ਟੁੱਟ ਕੇ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਸਾਹਿਬ ਗੁਰੂ ਅਰਜਨ ਪਾਤਸ਼ਾਹ ਬਿਆਨ ਕਰ ਰਹੇ, ਮੈਂ ਦੂਰੋਂ ਆਇਆ ਚੱਲ ਕੇ ਸ਼ਰਨ ਤੁਹਾਰੀ। ਦਾਤਾ ਤੇਰੀ ਸ਼ਰਨ ਦੇ ਵਿੱਚ ਆ ਗਏ, ਹੁਣ ਆਇਆਂ ਦੀ ਲਾਜ ਰੱਖ ਲੈ, ਤੇਰੇ ਹਵਾਲੇ ਕਰ ਦਿੱਤਾ ਸਾਰਾ ਕੁਛ। ਸਵਾਲ ਇੱਥੇ ਪੈਦਾ ਹੁੰਦਾ, ਗੁਰੂਆਂ ਮਹਾਂਪੁਰਖਾਂ ਸੰਤਾਂ ਨੇ ਆਪਣਾ ਆਪ ਉਹਦੇ ਹਵਾਲੇ ਕਰ ਦਿੱਤਾ। ਬਾਬਾ ਬੁੱਲ੍ਹੇ ਸ਼ਾਹ ਨੇ ਆਪਣੀ ਜ਼ਿੰਦਗੀ ਦਾ ਬਹੁਤ ਵਧੀਆ ਕਲਾਮ ਬੋਲਿਆ। ਆਪਣੇ ਮੁਰਸ਼ਿਦ ਦੇ ਨਾਲ ਜਦੋਂ ਥੋੜ੍ਹਾ ਜਿੰਨਾ ਉਹ ਆਪਣੀ ਸ਼ਰ੍ਹਾ ਦੇ ਵਿੱਚ ਤੇ ਸ਼ਰਮ ਦੇ ਵਿੱਚ ਸੀਗਾ ਨਾ, ਤੇ ਮੁਰਸ਼ਿਦ ਤੋਂ ਬਹੁਤ ਦੂਰ ਚਲਾ ਗਿਆ। ਸ਼ਰ੍ਹਾ ਤੋੜਨ ਦੇ ਵਾਸਤੇ ਸ਼ਰਮ ਦੇ ਵਿੱਚੋਂ ਲਾਜ, ਜਿਹੜੀ ਆਪਾਂ ਕਹਿੰਦੇ ਸਾਨੂੰ ਤਾਂ ਸ਼ਰਮ ਆਉਂਦੀ ਆ, ਲਾਜ ਆਉਂਦੀ ਆ। ਕੋਈ ਪਾਟੇ ਕੱਪੜਿਆਂ ਵਾਲਾ ਸਾਡਾ ਹੀ ਰਿਸ਼ਤੇਦਾਰ ਹੋਵੇ ਨਾ, ਅਸੀਂ ਉਹਦੇ ਨਾਲ ਤੁਰੇ ਜਾਂਦੇ ਹੋਈਏ ਨਾ, ਤੇ ਸਾਨੂੰ ਸ਼ਰਮ ਆਉਂਦੀ ਆ ਕਿ ਇਹਦੇ ਕੱਪੜੇ ਪਾਟੇ ਆ, ਤੇ ਦੇਖਣ ਵਾਲੇ ਲੋਕ ਕੀ ਕਹਿਣਗੇ। ਲੋਕਾਂ ਕੀ ਕਹਿਣਾ, ਇੱਕ ਵਾਰੀ ਕਹਿ ਲੈਣਗੇ, ਇੱਕ ਵਾਰੀ ਕਹਿ ਲੈਣਗੇ ਜੋ ਕਹਿਣਾ। ਜੋ ਸੱਚਾਈ ਆ ਉਹ ਤੇ ਲੁਕ ਨਹੀਂ ਸਕਦੀ। ਇੱਕ ਵਾਰੀ ਇੱਕ ਪਿੰਡ ਦੇ ਵਿੱਚ ਇੱਕ ਮਾਤਾ ਨੇ, ਚੰਗੇ ਘਰ ਦੀ ਸੀ, ਨਵਾਂ ਹੀ ਸੂਟ ਬਣਾਇਆ
सूट बनाया तो वो बच्चों ने अम्मा खाना खाना मैं सानू भुख लगी आ। वो बेचारी ने वो सूट पाया सी, कहती दो तो फुलके लाने फटाफट ला करके देने। वो अपने चुल्हिਆਂ ਦੇ ਵਿੱਚ ਅੱਗ ਬਲਦੀ ਸੀ ਨਾ ਅੱਗੇ। ਅੱਜ ਕੱਲ੍ਹ ਤੇ ਗੈਸ ਚੱਲ ਪਏ, ਕਈ ਕੁਛ ਹੀ ਚੱਲ ਪਿਆ ਵਾ, ਇਲੈਕਟ੍ਰਿਕ ਦਾ ਚੱਲ ਪਿਆ। ਉਹਨੇ ਵਿਚਾਰੀ ਨੇ ਕਪਾਹ ਦੀਆਂ ਛਿੱਟੀਆਂ ਲਾ ਕੇ ਚੁੱਲ੍ਹੇ ਦੇ ਵਿੱਚ ਅੱਗ ਬਾਲੀ। ਇੱਕ ਛਿੱਟੀ ਦੇ ਵਿੱਚ ਕਿਤੇ ਪਾਣੀ ਹੋਏਗਾ ਜਾਂ ਹਵਾ ਹੋਏਗੀ, ਪਟਾਕਾ ਚੱਲਿਆ ਤਾਂ ਇੱਕ ਕੋਲਾ ਜਿਹੜਾ ਸੀਗਾ ਨਾ, ਅੱਗ ਦਾ ਫਲੂੰਬਾ ਜਿਹੜਾ ਸੀਗਾ ਨਾ, ਉਹ ਜਾ ਕੇ ਉਹਦੀ ਸਲਵਾਰ ਦੇ ਐਨ ਅੱਗੇ ਡਿੱਗ ਪਿਆ। ਡਿੱਗਦੇ ਸਾਰ ਹੀ ਉਹ 'ਚ ਗਲੀ ਹੋ ਗਈ। ਕੱਪੜਾ ਮਹਿੰਗਾ ਸੀਗਾ, ਨਵਾਂ ਸੀਗਾ, ਹਾਲੇ ਪਹਿਲੀ ਵਾਰੀ ਪਾਇਆ ਸੀਗਾ। ਉਹ ਸੋਚੀ ਪੈ ਗਈ ਕਿ ਜੇ ਇੱਦਾਂ ਰੱਖਿਆ ਤਾਂ ਤਾਂ ਵੀ ਸਾਰਿਆਂ ਨੇ ਕਹਿਣਾ ਹੈਗਾ, ਅਤੇ ਜੇ ਮੈਂ ਇਹਨੂੰ ਸੁੱਟਦੀ ਹਾਂ ਤਾਂ ਇਹ ਮੁਫਤ ਦੇ ਵਿੱਚ ਥੋੜ੍ਹੀ ਬਣਿਆ, ਮਿਹਨਤ ਕੀਤੀ ਆ। ਆਪਾਂ ਸੋਚਦੇ ਸੀ ਨਾ ਹਿੰਦੁਸਤਾਨ ਦੇ ਵਿੱਚ ਐਵੇਂ ਕਰਕੇ ਕੱਪੜਾ ਨਹੀਂ, ਜੇ ਵੱਡੇ ਭਰਾ ਦਾ ਪਜਾਮਾ ਜਾਂ ਪੈਂਟ ਉੱਚੀ ਹੋ ਗਿਆ ਨਾ ਤਾਂ ਛੋਟੇ ਨੂੰ ਦੇ ਦੇਣੀ ਹੈਗੀ, ਅਤੇ ਜੇ ਉਹਦੇ ਛੋਟੀ ਹੋਵੇ ਫਿਰ ਉਦੋਂ ਛੋਟੇ ਨੂੰ ਦੇ ਦੇਣੀ ਹੈਗੀ। ਅਤੇ ਜੇ ਦੇਖਿਆ ਨਾ ਹੁਣ ਇਹਦੇ ਵੀ ਨਹੀਂ ਤਾਂ ਫਿਰ ਉਹ ਕੱਟ ਕਰਕੇ ਕਛਹਿਰਾ ਬਣਾ ਲੈਣਾ ਉਹਦਾ। ਇਹੀ ਚੀਜ਼ਾਂ ਹੁੰਦੀਆਂ ਸੀ ਨਾ। ਅਤੇ ਉਹ ਵਿਚਾਰੀ ਸੋਚੀ ਪੈ ਗਈ ਕਿ ਹੁਣ ਕਰਾਂ ਤੇ ਕਿਆ ਕਰਾਂ। ਉਹ ਕਹਿੰਦੀ ਕਹਿਣਾ ਤਾਂ ਸਾਰਿਆਂ ਨੇ। ਉਹਨੇ ਉਹਦੇ ਉੱਤੇ ਨਾ ਸੂਈ ਦੇ ਨਾਲ ਟਾਕੀ ਲਾਤੀ, ਅਤੇ ਹੁਣ ਟਾਕੀ ਤਾਂ ਦਿਸੇਗੀ। ਜਦ ਟਾਕੀ ਲਾ ਕਰਕੇ ਉਹ ਗਲੀ ਦੇ ਵਿੱਚ ਦੀ ਵਿਚਾਰੀ ਆਪਣੇ ਖੂਹ ਵੱਲ ਨੂੰ ਜਾਂ ਜਿਹਦੇ ਬਾਹਰ ਨਿਕਲੀ ਨਾ, ਤਾਂ ਹੁਣ ਅੱਗੋਂ ਬੀਬੀਆਂ ਭੈਣਾਂ ਗਲੀ 'ਚ ਮਿਲਣੀਆਂ ਹੈ ਹਾਂ ਭੈਣੇ ਆਹ ਤੂੰ ਕੀ ਜਲੂਸ ਕੱਢ ਲਿਆ, ਟਾਕੀ ਲਾ ਲਈ ਨਵੀਂ ਸਲਵਾਰ ਨੂੰ। ਇੱਕ ਨੇ ਆਖਿਆ, ਦੋ ਨੇ ਆਖਿਆ, ਤਿੰਨਾਂ ਚੌਂ ਨੇ, ਜਿਹੜੀ ਮਿਲੇ ਆਹ ਤੂੰ ਭੈਣੇ ਕੀ ਕਰ ਲਿਆ, ਟਾਕੀ ਲਾ ਲਈ ਆ ਨਵੀਂ ਸਲਵਾਰ। 5-10 ਬੀਬੀਆਂ ਨੇ ਆਖਿਆ ਨਾ, 5-10 ਤੋਂ ਬਾਅਦ ਉਹ ਵਿਚਾਰੀ ਕੁਛ ਨਾ ਬੋਲੀ, ਚੁੱਪ ਕਰਕੇ ਚਲ ਗਈ। ਵਾਪਸ ਆ ਗਈ। ਦੂਸਰੇ ਦਿਨ ਫਿਰ ਉਹੀ ਸਲਵਾਰ ਪਾ ਕੇ ਨਿਕਲੀ। ਦੂਸਰੇ ਦਿਨ ਕਿਸੇ ਨੇ ਨਹੀਂ ਕਿਹਾ ਉਹਨੂੰ। ਜਿੰਨੀਆਂ ਪਹਿਲੇ ਦਿਨ ਮਿਲੀਆਂ ਸਾਰਿਆਂ ਨੇ ਦੇਖ ਲਿਆ ਨਾ, ਦੂਸਰੇ ਦਿਨ ਕਿਸੇ ਕੁਛ ਨਹੀਂ ਆਖਿਆ। ਕੋਈ ਸ਼ਰਮ ਨਹੀਂ, ਕੋਈ ਸ਼ਰਮ ਨਹੀਂ। ਅਤੇ ਜੇ ਉਹ ਇਹੀ ਸੋਚਦੀ ਕਿ ਹਾਂ ਮੈਨੂੰ ਸ਼ਰਮ ਆਵੇਗੀ, ਕੀ ਕਹਿਣਗੇ ਲੋਕੀ। ਲੋਕਾਂ ਨੇ ਜੋ ਕਹਿਣਾ ਸੀ ਉਹ ਕਹਿ ਦਿੱਤਾ, ਹਾਏ ਭੈਣੇ ਆ ਕੀ ਕਰ ਲਿਆ, ਟਾਕੀ ਲਾ ਲਈ ਨਵੀਂ ਸਲਵਾਰ ਨੂੰ। ਇਸੇ ਤਰ੍ਹਾਂ ਅਸੀਂ ਕਿਸੇ ਸੰਤਾਂ ਮਹਾਤਮਾ ਕੋਲ ਜਾਂਦੇ ਹਾਂ ਅਤੇ ਸਾਨੂੰ ਲੋਕੀ ਪਤਾ ਕੀ ਕਹਿੰਦੇ ਆ, ਓਏ ਉਹ ਗੁਰੂ ਛੱਡ ਕੇ ਸਾਧਾਂ ਦੇ ਮਗਰ ਲੱਗ ਗਿਆ। ਲੈ ਪਹਿਲਾਂ ਤਾਂ ਫਲਾਣੇ ਸਾਧਾਂ ਕੋਲ ਜਾਂਦੇ, ਹੁਣ ਫਲਾਣੇ ਕੋਲ ਜਾਣ ਲੱਗ ਪਿਆ। ਇਹ ਦੁਨੀਆ ਦੇ ਕਹਿੰਦੇ ਨੇ ਕਿ ਆਰੀ ਨੂੰ ਦੰਦੇ ਇੱਕ ਪਾਸੇ ਹੁੰਦੇ ਆ ਔਰ ਦੁਨੀਆ ਨੂੰ ਦੋ ਪਾਸੇ ਦੰਦੇ ਆ ਗਿਆ। ਕਿਹਦਾ ਮੂੰਹ ਬੰਦ ਕਰ ਲਓਗੇ, ਕਿੱਥੋਂ ਕਿੱਥੋਂ ਬਚੋਗੇ। ਸਾਰੀ ਉਮਰ ਕੰਡਿਆਂ ਦੇ ਵਿੱਚੋਂ ਨਿਕਲਣਾ ਪੈਣਾ ਵਾ। ਇਹ ਬੋਲ ਜਿਹੜੇ ਕੰਡਿਆਂ ਵਰਗੇ ਆ, ਕੰਡਾ ਚੁੱਭੇ ਤਾਂ ਬੜਾ ਦੁੱਖ ਲੱਗਦਾ ਵਾ, ਚੀਕ ਨਿਕਲਦੀ ਬੰਦੇ ਨੂੰ। ਕੰਡੇ ਦਾ ਜ਼ਖਮ ਕੀਤਾ ਮਿਲ ਜਾਏਗਾ, ਲੇਕਿਨ ਬੋਲ ਦਾ ਜ਼ਖਮ ਕੀਤਾ ਕਦੇ ਸਾਰੀ ਉਮਰ ਮਿਲਦਾ ਨਹੀਂ ਹੈਗਾ। ਇੱਕ ਲਫ਼ਜ਼ ਮੂੰਹੋਂ ਕਿਤੇ ਨਿਕਲ ਗਿਆ ਬੁਰਾ ਨਾ, ਤਾਂ ਸਾਰੀ ਉਮਰ ਇੰਨਾ ਡੂੰਘਾ ਘਾਵ ਜ਼ਖਮ ਕਰਦਾ, ਸਾਰੀ ਉਮਰ ਬੰਦਾ ਭੁਲਾਦਾ ਨਹੀਂ ਹੈਗਾ ਉਹਨੂੰ। ਅਤੇ ਦੁਨੀਆ ਦੇ ਪਤਾ ਨਹੀਂ ਕਿੰਨੇ ਕੁ ਬੋਲ ਰੋਜ਼ ਸੰਤਾਂ ਮਹਾਤਮਾ ਨੂੰ ਸੁਣਨੇ ਪੈਂਦੇ ਆ, ਕਿੰਨੀਆਂ ਗਾਲਾਂ ਪੈਂਦੀਆਂ ਉਹਨਾਂ ਨੂੰ, ਲੇਕਿਨ ਉਹ ਇਹਨਾਂ ਗਾਲਾਂ ਦੀ ਔਰ ਇਹਨਾਂ ਲੋਕਾਂ ਦੀ ਮੁਖਾਲਫਤ ਨੂੰ ਕਦੀ ਵੀ ਪਰਵਾਹ ਨਾ ਕਰਦੇ ਹੋਏ, ਰਸਤੇ 'ਚ ਇੰਨੇ ਕੰਡੇ ਹੁੰਦੇ ਆ ਨਾ, ਉਹ ਮਜ਼ਬੂਤ ਜੁੱਤੀ ਪਾ ਕੇ ਉੱਤੋਂ ਦੀ ਲੰਘ ਜਾਂਦੇ ਆ ਗਿਆ। ਜੇ ਕੰਡੇ ਇਕੱਠੇ ਕਰਨ ਲੱਗੇ ਨਾ, ਸਾਰੀ ਉਮਰ ਦੇ ਵਿੱਚ ਕੰਡੇ ਇਕੱਠੇ ਨਹੀਂ ਹੋਣੇ ਹੈਗੇ। ਇਹ ਤੁਹਾਨੂੰ ਵੀ ਮੈਂ ਕਹਿ ਰਿਹਾ ਕਿ ਕੰਡੇ ਇਕੱਠੇ ਕਰਨ ਦੀ ਕੋਸ਼ਿਸ਼ ਨਾ ਕਰੋ, ਮਜ਼ਬੂਤ ਜੁੱਤੀ ਪਾ ਕੇ ਉੱਤੋਂ ਦੀ ਲੰਘ ਜਾਓ, ਤੁਹਾਡਾ ਸਮਾਂ ਬਰਬਾਦ ਨਹੀਂ ਹੋਏਗਾ। ਕਹਿਣ ਤੋਂ ਭਾਵ ਆ ਕੌਣ ਕੀ ਕਹਿੰਦਾ ਵਾ, ਤੁਸੀਂ ਉੱਥੇ ਜਾਓ ਜਿੱਥੇ ਤੁਹਾਨੂੰ ਜ਼ਿੰਦਗੀ ਦੀ ਰਾਹਤ ਮਿਲਦੀ ਹੈਗੀ ਆ, ਜਿੱਥੇ ਤੁਹਾਨੂੰ ਜ਼ਿੰਦਗੀ ਦਾ ਸੁੱਖ ਅਤੇ ਖੁਸ਼ੀ ਮਿਲਦੀ ਹੈਗੀ ਆ, ਜਿੱਥੇ ਤੁਹਾਨੂੰ ਆਨੰਦ ਮਿਲਦਾ ਹੈਗਾ। ਉਹ ਚਾਹੇ ਕਿਸੇ ਵੀ ਮਜ਼ਹਬ ਦੇ ਵਿੱਚ ਹੋਵੇ, ਕਿਸੇ ਵੀ ਕੌਮ ਦੇ ਵਿੱਚ ਹੋਵੇ। ਸੰਤ ਮਹਾਤਮਾ ਕਦੇ ਵੀ ਮਜ਼ਹਬੀ ਨਹੀਂ ਹੁੰਦੇ ਅਤੇ ਅਮੀਰੀ ਗਰੀਬੀ ਦੇ ਭੇਦ ਦੇ ਵਿੱਚ ਦੇਖਦੇ ਨਹੀਂ ਹੈਗੇ। ਉਹਨਾਂ ਵਾਸਤੇ ਸਾਰੀ ਕਾਇਨਾਤ ਮਾਲਕ ਦੀ ਇਨਸਾਨੀਅਤ ਦਾ ਰੂਪ ਹੈ। ਉਹ ਹਰ ਬੰਦੇ ਨੂੰ ਪਰਮਾਤਮਾ ਦਾ ਬੱਚਾ ਅਤੇ ਆਪਣਾ ਸੇਵਕ ਸਮਝ ਕਰਕੇ ਚੱਲਦੇ ਨੇ। ਕਿਉਂ ਬਾਣੀ ਕਹਿੰਦੀ ਆ, ਏਕ ਪਿਤਾ ਏਕਸ ਕੇ ਹਮ ਬਾਰਕ,
ਸਾਡਾ ਇੱਕੋ ਹੀ ਮਾਲਕ ਹੈ। ਆਪਾਂ ਸਾਰੇ ਕਹਿੰਦੇ ਆ ਸਾਡਾ ਇੱਕੋ ਹੀ ਰੱਬ ਆ, ਪਰ ਅਸੀਂ ਮੰਨਦੇ ਜ਼ਰੂਰ ਇੱਕੋ ਰੱਬ ਆ, ਪਰ ਨਾਂ ਵੱਖਰੇ ਵੱਖਰੇ ਆ ਗਿਆ, ਫਿਰ ਵੀ ਕੋਈ ਫਰਕ ਨਹੀਂ ਪੈਂਦਾ। ਤੁਸੀਂ ਜਿਹੜੇ ਮਰਜ਼ੀ ਨਾਂ ਦੇ ਨਾਲ ਯਾਦ ਕਰ ਲਓ, ਰੱਬ ਕਦੀ ਗੁੱਸਾ ਨਹੀਂ ਕਰਦਾ। ਅੱਜ ਅਸੀਂ ਜਿਹੜੇ ਮਜ਼ਹਬਾਂ ਦੇ ਵਿੱਚ ਚੱਲ ਰਹੇ ਨਾ, ਧਰਮਾਂ ਦੇ ਵਿੱਚ ਜਿਹੜੇ ਅਸੀਂ ਜਿਹਨੂੰ ਸੱਚਾ ਧਰਮ ਮੰਨਣਾ ਸ਼ੁਰੂ ਕਰ ਦਿੱਤਾ, ਦਰਅਸਲ ਉਹ ਸਾਡੇ ਧਰਮ ਨਹੀਂ ਹੈਗੇ, ਸਾਡੇ ਮਜ਼ਹਬ ਹੈਗੇ ਆ। ਅਸੀਂ ਧਰਮਾਂ ਦੀ ਬਜਾਏ ਧਰਮ ਤਾਂ ਇੱਕੋ ਹੀ ਆ। ਉਹ ਪਰਮਾਤਮਾ ਨਾਲ ਇੱਕ ਵਾਅਦਾ ਕਰਕੇ ਆਇਆ ਕਿ ਦਾਤਾ ਸਾਨੂੰ ਕੁੰਭੀ ਨਰਕ ਮਾਤ ਗਰਭ ਦੇ ਵਿੱਚੋਂ ਆਜ਼ਾਦ ਕਰ ਦੇ, ਅਸੀਂ ਤੇਰਾ ਨਾਮ ਜਪ ਕੇ ਤੇਰੀ ਮਖਲੂਕ ਦੇ ਨਾਲ ਪਿਆਰ ਕਰਕੇ ਸੇਵਾ ਕਰਕੇ ਫਿਰ ਵਾਪਸ ਆਵਾਂਗੇ। ਇਹ ਕੀਤਾ ਰੱਬ ਦੀ ਮਖਲੂਕ ਨਾਲ, ਇਨਸਾਨੀ ਜਾਮੇ ਨਾਲ ਪਿਆਰ ਕੀਤਾ। ਜੇ ਕੀਤਾ ਹੁੰਦਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਦੀ ਇਹ ਗੱਲ ਨਾ ਕਹਿਣੀ ਪੈਂਦੀ। ਜਦੋਂ ਉਹਨਾਂ ਅੰਮ੍ਰਿਤ ਛਕਾ ਕਰਕੇ 5 ਪਿਆਰੇ ਮੰਚ ਤੇ ਖੜੇ ਕੀਤੇ ਨਾ, ਸਾਰੇ ਲੋਕ ਹੈਰਾਨ ਹੋ ਗਏ। ਮਹਾਰਾਜ ਸਾਰੀ ਸੰਗਤ ਜਿਹੜੀ ਬੈਠੀ ਸੀ, ਬਹੁਤਾ ਹਿੱਸਾ ਉੱਠ ਕੇ ਚੱਲ ਗਿਆ ਸੀ ਡਰਦਾ ਹੀ ਕਿ ਨਿਆਈ ਮੌਤ ਤੇ ਮਰਨ ਲੱਗੇ ਤੇ ਸੰਤ ਕਾਹਦੇ ਆ ਗਏ ਤੇ ਸਿਰ ਮੰਗਣ ਲੱਗ ਪਿਆ ਹੈਗਾ, ਇਹ ਤੇ ਬੰਦਿਆਂ ਨੂੰ ਵੱਢਣ ਟੁੱਕਣ ਲੱਗ ਪਿਆ ਗਿਆ। ਅੱਧਾ ਪੰਡਾਲ ਖਾਲੀ ਹੋ ਗਿਆ, ਕੁਛ ਬੈਠੇ ਰਹੇ, ਪਿਆਰ ਸੀਗਾ ਜਾਂ ਕੋਈ ਜਜ਼ਬਾ ਦੇਖਣਾ ਸੀ ਉਹਨਾਂ ਨੇ। ਮਹਾਰਾਜ ਨੇ ਜਦੋਂ 5 ਪਿਆਰੇ ਲਿਆ ਕਰਕੇ ਮੰਚ ਤੇ ਖੜੇ ਕੀਤੇ ਤੇ ਸੰਗਤ ਨੂੰ ਇਸ਼ਾਰਾ ਕੀਤਾ, ਸਾਧ ਸੰਗਤ ਜੀ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਣੀ ਚਾਹਨਾ, ਇਹਨਾਂ ਦੇ ਵਿੱਚ ਕੋਈ ਝੀਰ, ਕੋਈ ਨਾਈ, ਕੋਈ ਸ਼ੀਂਬਾ, ਕੋਈ ਚਮਾਰ, ਕੋਈ ਚੂੜਾ ਜਾਂ ਬਾਲਮਿਕ, ਹਿੰਦੂ ਜਾਂ ਸਿੱਖ ਦਿਖਾਈ ਦਿੰਦਾ, ਜੱਟ ਦਿਖਾਈ ਦਿੰਦਾ? ਨਹੀਂ ਮਹਾਰਾਜ, ਇਹਨਾਂ ਦਾ ਪੋਸ਼ਾਕਾ, ਕਿਉਂਕਿ ਪੋਸ਼ਾਕਾ ਮਹਾਰਾਜ ਵਾਦਾ ਹੈ, ਮਹਾਰਾਜ ਇਹ ਤਾਂ ਤੁਹਾਡੇ ਸਰੂਪ ਵਰਗਾ ਹੀ ਆ, ਇਹਨਾਂ ਦੇ ਵਿੱਚ ਕੋਈ ਭੇਦ ਨਹੀਂ ਦਿਖਦਾ। ਮਹਾਰਾਜ ਕਹਿੰਦੇ ਜੇ ਗੱਲ ਕਹੀਏ ਤੇ ਮੰਨੋਗੇ? ਕਹਿੰਦੇ ਮਹਾਰਾਜ ਹਾਂ ਮੰਨਾਂਗੇ। ਕਹਿੰਦੇ ਮੇਰਾ ਖਿਆਲ ਨਹੀਂ, ਮੇਰੇ 9 ਬਜ਼ੁਰਗਾਂ ਨੇ ਆਵਾਜ਼ ਦਿੱਤੀ, ਉਹਨਾਂ ਦੀ ਗੱਲ ਤਾਂ ਤੁਸੀਂ ਮੰਨੀ ਨਹੀਂ। ਚੱਲ ਨਹੀਂ ਮਹਾਰਾਜ ਮੰਨਾਂਗੇ। ਕਹਿੰਦੇ ਮਹਾਰਾਜ ਨੇ ਉੱਥੇ ਆਵਾਜ਼ ਦਿੱਤੀ ਇਸ਼ਾਰਾ ਕਰਕੇ 5 ਪਿਆਰਿਆਂ ਵੱਲ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਪਾਓ। ਔਰ ਕਿਸੇ ਵੀ 5 ਪਿਆਰਿਆਂ ਦੇ ਜੋ ਗੁਰਮੁਖ ਸੱਜਣ ਸਨ, ਕਿਸੇ ਦੇ ਨਾਂ ਦੇ ਨਾਲ ਗੋਤ ਨਹੀਂ ਗੁਰੂ ਗੋਬਿੰਦ ਸਿੰਘ ਨੇ ਲਾਇਆ, ਨਾ ਹੀ ਆਪਣੇ ਨਾਂ ਨਾਲ ਆਇਆ। ਹਾਲਾਂਕਿ ਆਪਣਾ ਵੀ ਉਹਨਾਂ ਦਾ ਗੋਤ ਸੀ ਔਰ ਉਹਨਾਂ ਦੇ ਵੀ ਗੋਤ ਸੀ। 5 ਪਿਆਰਿਆਂ ਦੇ ਕਿਸੇ ਦੇ ਨਾਂ ਦੇ ਨਾਲ ਗੋਤ ਨਹੀਂ ਲਾਣ ਦਿੱਤਾ, ਸਿੰਘ ਰੱਖੇ ਨਾ ਉਹਨਾਂ ਦੇ। ਅੱਜ ਅਸੀਂ ਅੰਮ੍ਰਿਤ ਛਕਦੇ ਹਾਂ, ਸਾਡੇ ਨਾਂ ਦੇ ਨਾਲ ਗੋਤ ਲੱਗਦਾ ਵੈ, ਕਿਉਂ ਲਾਉਨੇ ਆ? ਅਸੀਂ 2 ਨੰਬਰ ਦੇ ਸਿੰਘ ਬਣ ਗਏ, 2 ਨੰਬਰ ਦੇ ਸਿੰਘ ਬਣ ਗਏ, ਨਾਂ ਦੇ ਨਾਲ ਗੋਤ ਲੱਗ ਗਿਆ। ਅਸੀਂ ਦੱਸਣਾ ਸ਼ੁਰੂ ਕਰਤਾ ਸਾਡੀ ਜਾਤ ਆਹ ਹੈ, ਬਾਬਾ ਸਿੰਘ ਪੁਰੇਵਾਲ ਆ, ਇਹ ਗਰੇਵਾਲ ਆ, ਇਹ ਢਿੱਲੋਂ ਆ, ਇਹ ਸੈਣੀ ਆ, ਇਹ ਭਾਟੜੇ ਆ। ਅਸੀਂ ਗੁਰਦੁਆਰੇ ਵੱਖਰੇ ਵੱਖਰੇ ਆਪਣੀਆਂ ਜਾਤਾਂ ਦੇ ਉੱਤੇ ਬਣਾਤੇ, ਗੁਰੂ ਗ੍ਰੰਥ ਸਾਹਿਬ ਇੱਕ ਆ। ਇਹ ਕਿਉਂ ਹੋਇਆ? ਅਸੀਂ ਉਹਨਾਂ ਲੋਕਾਂ ਦੇ ਹੱਥਾਂ 'ਚ ਵਿਕ ਗਏ ਹੈਗੇ ਆ, ਪੋਲੀਟੀਸ਼ੀਅਨਾਂ ਦੇ। ਜਿੱਦਾਂ ਪਤੰਗ ਦੀ ਡੋਰ ਇੱਥੇ ਖੜੇ ਜ਼ਮੀਨ ਤੇ ਬੰਦਾ ਖੜਾ ਹੋਵੇ ਤਾਂ ਪਤੰਗ ਬਹੁਤ ਅਸਮਾਨ ਦੇ ਵਿੱਚ ਬੜੀ ਦੂਰ ਗਿਆ, ਉਹ ਜਿੱਥੋਂ ਖਿੱਚਦਾ ਨਾ ਪਤੰਗ ਉੱਦਾਂ ਚੱਲਦਾ। ਔਰ ਇਹ ਪੋਲੀਟੀਸ਼ੀਅਨ ਲੋਕ ਸਾਨੂੰ ਜਿੱਦਾਂ ਯੂਜ਼ ਕਰਨਾ ਚਾਹੁੰਦੇ ਆ ਕਰਦੇ ਪਏ ਆ। ਸਾਡੇ ਮੂਹਰੇ ਨਾ ਪੈਸਿਆਂ ਦਾ, ਸ਼ਰਾਬ ਦੇ, ਇੱਦਾਂ ਦੇ ਸਿੱਟ ਕੇ ਚੋਗੇ ਨਾ ਸਾਡੇ ਮਜ਼ਹਬ ਔਰ ਸਾਡਾ ਦੀਨ ਇਮਾਨ ਖਰੀਦ ਲਿਆ ਵਾ ਇਹਨਾਂ ਲੋਕਾਂ ਨੇ। ਔਰ ਅਸੀਂ ਉਹ ਲੋਕ ਆ ਜਿਹੜੇ ਆਪਣਾ ਦੀਨ ਇਮਾਨ ਵੇਚੀ ਜਾਂਦੇ ਆ ਗਏ। ਨਾ ਜਾਓ ਕਿਤੇ, ਨਾ ਜਾਓ ਗੁਰਦੁਆਰੇ, ਨਾ ਜਾਓ ਮੰਦਿਰ, ਪਰ ਮੈਂ ਤੁਹਾਨੂੰ ਹਟਾਉਂਦਾ ਨਹੀਂ, ਇਹ ਤੁਹਾਡਾ ਆਪਣਾ ਕੰਮ ਹੈ। ਮੈਂ ਇਸ ਕਰਕੇ ਕਹਿ ਰਿਹਾ ਵਿਕਿਓ ਨਾ। ਜਦ ਤੁਸੀਂ ਵਿਕ ਜਾਓਗੇ ਨਾ ਤੇ ਪੋਲੀਟੀਸ਼ੀਅਨ ਤੁਹਾਡਾ ਫਾਇਦਾ ਲੈਣਗੇ। ਵਿਕਿਓ ਨਾ ਜ਼ਮੀਰ ਆਪਣੀ ਵੇਚਿਓ। ਆਓ ਗੁਰੂ ਨਾਨਕ ਵੱਲ ਦੇਖੀਏ, ਗੁਰੂ ਨਾਨਕ ਘਰ ਵੱਲ ਵੇਖੀਏ। ਜੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਚਾਹੁੰਦੇ ਨਾ ਤੇ ਤੱਤੀ ਤਵੀ ਦਾ ਤਸੀਹਾ ਨਹੀਂ ਸੀ ਲੈ ਸਕਦੇ, ਮੁਸਲਮਾਨਾਂ ਤੇ ਰਾਜ ਕਰ ਸਕਦੇ ਸੀਗੇ। ਵੱਡੇ ਫਕੀਰ ਬਣ ਕੇ
लेकिन उन्हें अपनी अणख ते अपनी जमीर जागदी रखी तो तवी का तसीहा मंजूर कर लिया, लेकिन उन्होंने लोगों की गल नहीं मंजूर की। गुरु तेग बहादुर पातशाह ने शीस कटाउणा कबूल कर लिया और हिंदुस्तानियों के मजहब ते धर्म नूं बचाउण वास्ते न जंजू ते तिलक रखण की खातर उन्होंने अपनी धौन कतल करवाती। जीसस क्राइस्ट ने इन्ने लोगों को हक दिवाउण दे वास्ते 1.5 फुट के किल अपनी बॉडी के ठुकवा लै। मुहम्मद पैगंबर ने मक्के तो मदीने तक जाण वास्ते जंग लड़के अपने दंद तड़वा लै उन्होंने लोगों तो। कि गल करिए, राम नूं 14 साल का बनवास होया, कृष्ण महाराज ने जेल च जन्म लेना पिया। वक्त के बादशाह ने, वक्त की हुकूमत ने किसी ने नहीं छड्डिया, गुरु नानक पातशाह ने भी नहीं छड्डिया। गुरु नानक पातशाह ने भी बोझ चुका के तोड़ लिया। अज दिने 12 बजे सत्संग जिक्र किया सी कि महाराज के सिर से बोझ चुका के, मरदाने के सिर से बोझ चुका के तोड़ लिया। असी तो किसी ने बख्शिया नहीं है। किहड़े महापुरख नूं छड्डिया? गुरु नानक नूं भी मंदा बोलिया। कोई आखे भूतना, कोई कह बताला, बया दबाना, सौह का नानक बहराना। है गुरु नानक पातशाह आप लगते हैं, लिखते हैं कि मैनू लोगों आ कुछ कह दिता बट्टे मारे पिंड के लोगों ने। क्या गुरु नानक ने रहमत करन तो ना की किसी के उत्ते? जद जद धरती के उत्ते जुल्म ते अत्याचार हुंदा, गुरु प्यारी साध संगतिओ, असी वही लोग हाँ जिहड़े गुनाहां दीयां पंडां सिरां ते लै करके तुरे फिरदे। साडे लहाउण वाला कोई नहीं सानूं लभदा। ना असी किसी नूं गुरु बना रहे हैं। गुरु ग्रंथ साहब नूं गुरु मनते, आप सारे मनते, जिन्ने भी आप इत्थे बैठे हाँ, आप गुरु ग्रंथ साहब नूं गुरु मनते हैं ना? बोलो, मानते हो तुसीं? पर कदे गल मन्नी गुरु ग्रंथ साहब की? गल मन्नी कदे? एक ही गल मन लो, गुरु ग्रंथ साहब असीं पढ़ते है हाँ, संत शरण जो जन पढ़े सो जन उदरनहार, संत की निंदा नानका बहुर बहुर अवतार। कल हम सत्संग दे विच जिक्र किया ही, साधो, कबीर साहब कह रहे हैं, साधो सत संगत संत की जाओ, उत्तम सेवा नाम हर पाओ। संतां दी शरण च क्यों जाना मैं? सब तो महान सेवा, उत्तम सेवा मिलती है गुरु घर के जा करके। गुरुद्वारे चल जाओ, मंदिर चल जाओ, चर्च चल जाओ, तुसीं मसीत चल जाओ, उत्थे जाके सेवा करो, दिल ला के। पर सेवा वो कबूल होगी जिहड़ी दिलों की जानी है। सतगुर की सेवा सफल है जे को करे चित लाए, जां सतगुरु नूं भा जाए। सो सेवा सफल है जो सतगुर के मन पाए। अज सेवा तो करते दिखावे दी। जे किते असां तुरे तुरे जाते ना, गोलक दे विच पैसे पाने ना, तो असीं वड्डा नोट ना एक सिरे तो फड़ के लंबा जिहा करके दिखाते जाना। मैं जितों तक तुरे जाना ना, जब तक गोलक तक नहीं पहुँचना, उस सिरे जिहा तो फड़ के दिखाते जाना कि इधरले पासे ते बैठे सारे देखण कि मैं ना 10 का नोट जां 20 का नोट चढ़ा रहा। क्या कमाल है! किहनूं दिखाउने हैगे आ? उहदे तो कोई छुपदी नहीं चीज़। नथिंग कैन बी हिडन फ्रॉम हिम, ही नोज एवरीथिंग। रब तो कोई चीज़ छुपण वाली नहीं हैगी। साडियां तो 2 अखां ना, ਉਹਦੇ नेत्र कई हज़ार ने। ਅਸੀਂ 2 ਅੱਖਾਂ ਦੇ ਨਾਲ ਧਰਤੀ ਦੇ ਉੱਤੇ ਕੋਹਰਾਮ ਫੈਲਾ ਛੱਡਿਆ ਵਾ 2 ਅੱਖਾਂ ਨਾਲ। ਪਰ ਸਾਨੂੰ ਇਹ ਨਹੀਂ ਪਤਾ ਕਿ ਜੋ ਵੀ ਅਸੀਂ ਕਰਦੇ ਹੈਗੇ ਆ ਉਹਦੀ ਵੀਡੀਓ ਬਣ ਰਹੀ ਆ। 180 ਡਿਗਰੀ ਦਾ ਐਂਗਲ ਆ ਬਾਹਾਂ ਨਾ, ਇਦਾਂ ਇੱਧਰ ਨੂੰ ਦੇਖੋਗਾ ਨਾ, ਇੱਧਰਲਾ ਪਾਸਾ ਇੱਧਰ ਨੂੰ, ਇੱਧਰਲਾ ਜਿੰਨਾ ਫਰੰਟ ਤੇ ਆ ਨਾ, ਜਦੋਂ ਅੱਖਾਂ ਬਲੈਂਕ ਕਰਨੀਆਂ ਨਾ, ਝਮਕਣੀਆਂ ਵਾ, ਉਹ ਸਾਰੀ ਫੋਟੋ ਜਿਹੜੀ ਆ ਉਹ ਫਰੰਟ ਦੀ ਆ ਜਾਣੀ ਤੁਹਾਡੇ ਕੋਲ। ਤੁਹਾਨੂੰ ਨਹੀਂ ਪਤਾ ਲੱਗਣਾ। ਉਹ ਕੈਮਰਾ ਵਾ ਨਾ, ਬੋਲਦੇ ਅਸਾਂ ਇੱਥੇ ਆ, ਲੇਕਿਨ ਕੈਮਰੇ 'ਚ ਇੱਕ ਬੋਲ ਆਈ ਜਾਂਦਾ ਔਰ ਜਿੰਨੀ ਸੰਗਤ ਬੈਠੀ ਆ ਸਾਰਿਆਂ ਦੀ ਫੋਟੋ ਖਿੱਚੀ ਜਾਂਦਾ ਗਾ। ਆਪਾਂ ਕੋਈ ਹਿੱਲ ਕੇ ਇੱਦਾਂ ਮੋਢੇ 'ਤੇ ਹੱਥ ਮਾਰਦਾ, ਕੋਈ ਐਂ ਕਰਦਾ, ਉਹਦੇ ਵਿੱਚ ਸਾਰਾ ਕੁਛ ਆ ਜਾਂਦਾ। ਲੁਕਣਾ ਨਹੀਂ ਆ। ਇਸ ਕਰਕੇ परमात्मा तो कोई चीज़ छुपण वाली नहीं। साढ़े गुनाह किद्दां छुप जाण जिहड़े असीं कर चुके हैं, जिहड़े कर रहे हैं, हाले होर करन वास्ते तैयार है। महाराज कहते हੱਠ पिटण
बिज मंदिर भन्ने कर चोरी घर आवे, अगों देखे पिछों देखे तुद ते कहा जवाब। दाता तू तो इत्थे बैठा देख रहा, मैं आ वीडियो बना रहा, मैं अखां झमकाउंदियां वीडियो बन रही है। और एक वीडियो आखिरी लास्ट ब्रैथ ऑफ योर लाइफ, आखिरी साह जिहड़ा तुहाडी लाइफ दा ना, जदों तुसीं सियाणे बीबियां बंदे कहंदे तुसीं सुणे होवोगे, जरूर सुणे होवोगे, हाय भैणा सारी रात असीं उहदे कोल बैठे रहे, सारी रात तड़ह तड़के मसां ही प्राण निकले। सवेर सार प्राण प्राण प्राणा मीन साह, मसां ही प्राण निकले। जब देवी देवत्यां दे आउण दा वक्त होया, उदों पहलां छुट्टी हो गई, दर्शन ही नहीं हो पाए, मसां ही प्राण निकले। आखिरी सवास तक तुहाडी हर चीज़ जिहड़ी हैगी आ वो नोट हुंदी है। और सब तो बाद तुहाडी जिहड़ी रिपोर्ट आ ना, वो पवन देवता लैके जांदा वै। बाकी देवते बॉडी खत्म हो जाती ना, जब सवास जिहड़े जदों चलते रहंदे हैं ना, तुहाडा जिहड़ा खून हैगा वो ठंडा पै जांदा ना, वो कहते डॉक्टर कहते बस हुण गया। लास्ट मैमरी तुहाडी 5-6 घंटे तक चलती है मरे बंदे की। आ तुसीं जदों रोंदे घलांदे हो ना, सब कुछ सुनदा हुंदा, लेकिन कर कुछ नहीं सकता। सारी चीज़ उहनूं पता लगदा कौन कौन की कर रहा है, सब सुनेहे लैके जांदा पिया जान वाला जी। हवा का देवता प्राण लास्ट च निकलिया गया, खून बंद हो गया है। तुहाडा पानी जिहड़ा पानी च चला गया, बॉडी की अग्नि जिहड़ी है सूरज दे विच चल गई है, तो बॉडी जिहड़ी एक दिन मिट्टी च जा मिलनी है, तो सवास हवा दे विच चल जाने। सारे तत्त अपने अपने तत्तां दे विच चल गया, तो आत्मा रह गई है। उन्हें जाना वजूद लैण वास्ते। वजूद मिलेगा कर्मां दे उत्ते, किदां दे कर्म कीते आ। कर्मी आवे कपड़ा नदरी मुख द्वार, बड़े भागां दे नाल आ कपड़ा आ शरीर मिलिया सी। मानस जन्म दलंब है, होवत नहीं बारंबार, जो बन फल पाके भोए गिरे बोहर ना लगी उडार। एक दरखत दे नाल टुटिया होया फल कदी दोबारा टाणी नूं नहीं लग सकता। इसे तरह ये शरीर सानूं एक बारी मिलिया, दोबारा नहीं जे मिलना। प्रैक्टिकल देना मैं, क्या राम आए मुड़ के, कृष्ण आया मुड़ के, गुरु नानक आए, 15 भगतों की बाणी गुरु ग्रंथ साहिब महाराज दे विच आ, क्या वो आए मुड़ के? 10 गुरु आए, कोई ना। नवे ना जाने बाबा किस रूप में मिल जाए भगवान, पर परमात्मा धरती तो जाता ही नहीं है। वो पता नहीं किहड़े रूप दे विच तुहाडे साडे विच बैठ करके साडा सारियां नकलां देख के तुर जांदा है, सब कुछ देखदा है और धरती ते काम करदे आ गया। जिन्ने देवी देवते 33 करोड़ देवता 9 लाख देवी जमीन ते काम कर रहे हैं, जिन्ने महापुरख धरती ते सारे काम कर रहे हैं, रब की रजा दे विच चल रहे हैं, उहदी रजा च काम कर रहे हैं। साडे विच रह करके जब गुरु नानक साडे विच आए सी ना, असीं उदों उहदी गल नहीं सुनी, मन्निया नहीं कि गुरु नानक रब है। अज कहने गुरु तेग बहादुर साहब नूं मन्निया कि एड्डी वड्डी ताकत दे मालक होणगे। अज उन्होंने पता की कहने, छोटा जिहा बनाता उन्होंने। गुरु तेग बहादुर हिंद दी वो ते मखलूक पूरी वर्ल्ड दे पूरे ब्रह्मंडां दे मालक सीगे, पूरे ब्रह्मंडां दी चादर सी, ते असीं उहनूं हिंदुस्तान दी चादर बनाता। क्या बात है, कितना छोटा कर दिता। जे महापुरख भी धरती ते आके साडे लोकां दी जुल्म दी अग दे विच अपने खून दे छिट्टे मार के अग ना बुझाउण ते कौन सानू बचाउण आवेगा। रब बार बार मखलूक दे वास्ते आया, हर युग में आ रहा है नानक, चोला बदल बदल। वो चोला बदलता वै, वो पहला शरीर लैके नहीं आता। जिन्हां रूहां ते मिट्टी पै गई उत्ते लभणियां नहीं है। एक बड़ी सौखी कहावत आ, बेड़ी दा पूर तरिंजण दियां कुड़ियां, फिर कद बहना भड़के होए, जिहड़ा पानी अज लंघ गया फिर नहाउणा भड़के होए।
ਢਲੇ ਹੋਏ ਪਰਛਾਵੇਂ, ਕਮਾਨਾਂ ਚੋਂ ਨਿਕਲੇ ਹੋਏ ਤੀਰ ਤੇ ਜ਼ਬਾਨਾਂ ਚੋਂ ਨਿਕਲੇ ਹੋਏ ਲਫ਼ਾਜ਼ ਕਦੀ ਵਾਪਸ ਨਹੀਂ ਆਉਂਦੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਯਾਦ ਰੱਖਿਓ ਜਿਹੜੀ ਸਾਡੀ ਅੱਜ ਦੀ ਸਾਡੇ ਸਵਾਸ ਹੈਗੇ ਨਾ, ਜਿਹੜੇ ਨਿਕਲ ਗਏ ਨਾ, ਜੇ ਤੇ ਇਹਨਾਂ 'ਚ ਰੱਬ ਦੇ ਆਸਰੇ ਕੁਝ ਲੱਗੇ ਹੈਗੇ ਆ ਤਾਂ ਕੰਮ ਆ ਗਿਆ, ਤਾਂ ਨਹੀਂ ਤਾਂ ਸਵੇਰ ਤੋਂ ਲੈ ਕਰਕੇ ਹੁਣ ਤੱਕ ਦੇ ਜਿੰਨੇ ਸਾਡੇ ਸਵਾਸ ਹਨ ਅੰਜਾਈ ਚੱਲ ਗਿਆ ਕੋਈ ਕੀ ਖੱਟਿਆ ਆ ਗਿਆ, क्या पाया सी, क्या लेकर आए थे, क्या लेकर जाएंगे, मुट्ठी बांध जन्म पाया हाथ पसार चले जाएंगे, जे तन कागज की पुड़िया बूंद पड़ते ही गल जाएगी। कहत कबीर सुनो भाई साधो एक नाम बिन पछताएंगे। आ बड़ी बड़ी प्रॉब्लम आ, ये नाम की चीज़ आ। गुरु ग्रंथ साहब महाराज की एक एक तुक दे विच, एक एक शब्द दे विच नाम की महिमा गाई गई है। तो जे किसी ने पुछो जी नाम अमृत आ, मैं भी मनदा वां कि नाम अमृत आ। बाणी कहती है गुरु गोबिंद सिंह महाराज उदों आए नहीं सके, उदों गुरु अर्जन पातशाह महाराज, गुरु अर्जन पातशाह महाराज की बाणी है। अमृत हर का नाम है वरसे कृपा धार, झिम झिम अमृत वरसदा बुलाया बोले खसम दा। अमृत पीओ जुग जुग जियो जस जसवंती हर चरनी थियो। अमृत पिया सतगुर दिया अवर ना जाना दुआ तिया। हुण महाराज गुरु अर्जन पातशाह कह रहे हैं कि अमृत पीना तो किद्दां पीना चाहिए। जब तुसीं गुरु ग्रंथ साहब की बाणी गलत करके दिखाओ मैनूं, कोई बंदा बड़े तो बड़ा ज्ञानी बाणी कह रही है अमृत बूंद सुहावनी कदों मिल साधु पी बनार। गुरु गोबिंद सिंह पंज प्यारिਆਂ ਦੇ ਨਾਲ संत सिपाही भी सके, संत भी सके नाल। अमृत छकाया, अमृत की दात का जो रूप सी वो तैयार करके ਉਹਦੇ ਵਿੱਚ ਜਿਹੜਾ ਖੇਡ ਕਰਕੇ ਦਿਖਾਇਆ, ਚਿੜੀਆਂ ਤੋਂ ਬਾਜ ਤੜਾਤੇ। ਅੱਜ ਅਸੀਂ ਅੰਮ੍ਰਿਤ ਛਕਦੇ ਹਾਂ, ਸਾਡੀ ਕੋਈ ਵੀ ਅੰਮ੍ਰਿਤ ਦੀ ਰਹਿਤ ਨਹੀਂ ਹੈਗੀ। ਰੱਜ ਕੇ ਮੀਟ ਤੇ ਸ਼ਰਾਬ ਖਾਣਾ, ਫਿਰ ਅਸੀਂ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਆ, ਸ਼ਰਮ ਆਉਂਦੀ ਆ ਸਾਨੂੰ ਸੁਣਦੇ। ਬਹੁਤੇ ਬੰਦੇ ਪਤਾ ਕੀ ਕਹਿੰਦੇ, ਉਹ ਜੀ ਗੁਰੂ ਗੋਬਿੰਦ ਸਿੰਘ ਕਿਹਾ ਝਟਕਾ ਗਿਆ ਸਾਲੇ ਨੂੰ, ਜਿੱਦਾਂ ਲਾਗੇ ਬਹਿ ਕੇ ਸੁਣਿਆ ਹੁੰਦਾ। ਗੁਰੂ ਗੋਬਿੰਦ ਸਿੰਘ ਨੇ ਝਟਕਾ ਕੇ ਖਾ ਸਕਦੇ ਹੋ, ਤੁਸੀਂ ਹਲਾਲ ਕਰਕੇ ਨਹੀਂ ਖਾ ਸਕਦੇ। ਇਹਦਾ ਮਤਲਬ ਤੁਸੀਂ ਤਾਂ ਕਹਿ ਦੋਗੇ ਗੁਰੂ ਗੋਬਿੰਦ ਸਿੰਘ ਵੀ ਖਾਂਦੇ ਸੀ, ਕੌਣ ਬਣਾ ਕੇ ਦਿੰਦਾ ਸੀ? ਮਾਤਾ ਸੁੰਦਰੀ, ਮਾਤਾ ਗੁਜਰੀ ਜਾਂ ਮਾਤਾ ਸਾਹਿਬ ਦੇਵਾ ਬਣਾ ਕੇ ਉਹਨਾਂ ਨੂੰ ਦਿੰਦੇ ਸੀ। ਲੋ ਮਹਾਰਾਜ ਨੇ ਇੱਥੋਂ ਤੱਕ ਕਹਿ ਦਿੱਤਾ, ਜੇ ਰਤ ਲੱਗੇ ਕੱਪੜੀ ਜਾਮਾ ਹੋਏ ਪਨੀਤ, ਜੋ ਰਤ ਪੀਵੇ ਮਾਨਸਾ ਤਨ ਕੋ ਨਿਰਮਲ ਚੀਤ। ਕਿ ਜੇ ਕੱਪੜਿਆਂ ਨੂੰ ਖੂਨ ਲੱਗ ਜਾਏ ਤੇ ਗੰਦਾ ਹੋ ਜਾਂਦਾ, ਕੱਪੜੇ ਗੰਦੇ ਹੋ ਜਾਂਦੇ, ਲਾ ਕੇ ਸੁੱਟ ਦਿੰਦੇ ਆ ਗਿਆ। ਤੇ ਜਿਹੜੇ ਖੂਨ ਵਾਲਾ ਮਾਸ ਤੁਸੀਂ ਖਾਂਦੇ ਹੋ ਉਹ ਤੁਹਾਡਾ ਮਨ ਪਵਿੱਤਰ ਹੋਵੇਗਾ। ਜੈਸਾ ਅੰਨ ਸੂਰ ਦਾ ਮਾਸ ਖਾਧਾ ਵਾ, ਉਹ ਕਿੱਦਾਂ ਦਾ ਗੰਦ ਖਾਂਦਾ ਨਾਲੀਆਂ ਗਲੀਆਂ ਦਾ। ਜੇ ਜਾਨਵਰ ਦਾ ਤੁਸੀਂ ਮਾਸ ਖਾਂਦੇ ਹੋ, ਜੈਸਾ ਅੰਨ ਤੈਸਾ ਮਨ, ਜਿੱਦਾਂ ਦਾ ਮਾਸ ਖਾਂਦੇ ਹੋ ਉੱਦਾਂ ਦਾ ਤੁਹਾਡਾ ਮਨ ਹੈ। ਜੈਸੀ ਸੰਗਤ ਤੈਸੀ ਰੰਗਤ, ਜੈਸੀ ਆਸ ਤੈਸਾ ਵਾਸ। ਜਿੱਦਾਂ ਦੀ ਆਸ ਲੈ ਕੇ ਜਾਓਗੇ ਵਾਸ ਉਹਦੇ 'ਚ ਉੱਦਾਂ ਦਾ ਹੀ ਹੋਣਾ। ਜਿੱਦਾਂ ਦੀ ਸੰਗਤ 'ਚ ਜਾ ਕੇ ਬੈਠੋਗੇ ਨਾ, ਰੰਗਤ ਉੱਦਾਂ ਦੀ ਚੜ੍ਹਨੀ। ਅੱਜ ਜ਼ਿਕਰ ਕੀਤਾ ਸੀ ਅਸੀਂ ਕਿ ਸੰਗਤ ਦਾ ਫਲ ਕਿੱਦਾਂ ਦਾ ਹੈਗਾ। ਇਸ ਕਰਕੇ ਮਹਾਰਾਜ ਨੇ ਕਿਹਾ ਸਤ ਸੰਗਤ ਸੰਤ ਕੀ ਜਾਓ, ਸਾਧੋ ਸਤ ਸੰਗਤ ਸੰਤ ਕੀ ਜਾਓ, ਉੱਤਮ ਸੇਵਾ ਨਾਮ ਹਰ ਪਾਓ। ਉੱਥੋਂ ਨਾਮ ਮਿਲੇਗਾ, ਉੱਥੋਂ ਸੇਵਾ ਮਿਲੇਗੀ। ਜੇ ਸੇਵਾ ਨੂੰ ਕਰਕੇ ਆਪਣੇ ਜ਼ਿੰਦਗੀ ਦੇ ਜੋ ਮੈਲ ਚੜੀ ਆ ਇਹ ਆਤਮਾ ਦੇ ਉੱਤੇ ਤੇ ਮਨ ਦੇ ਉੱਤੇ ਉਤਰ ਜਾਏਗੀ। ਹੁਣ ਇਹ ਤੇ ਗੁਰਬਾਣੀ ਕਹਿੰਦੀ ਆ, ਮੈਂ ਗੁਰਬਾਣੀ ਬੋਲਣ ਤੋਂ ਹਟਾਂਗਾ ਨਹੀਂ। ਗੁਰਬਾਣੀ ਕਹਿ ਰਹੀ ਹੈ ਦਾਤਾ ਭਰੀਏ ਮਤ ਪਾਪਾਂ ਕੇ ਸੰਗ। ਫਿਰ ਧੋ ਕਿੱਦਾਂ ਹੋਵੇਗੀ? ਉਹ ਧੋਪੇ ਨਾਮੇ ਕੇ ਸੰਗ। ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਉਹ ਲਈਏ ਧੋਏ। ਦਾਤਾ ਉਹ ਸਾਬਣ ਦੇ ਦੇ ਜਿਹਦੇ ਨਾਲ ਆਤਮਾ ਤੇ ਮਨ ਦੇ ਕੱਪੜੇ ਸਾਫ਼ ਹੋ ਜਾਣ। ਸਾਡੀਆਂ ਜਿਹੜੇ ਸਾਡੀ ਸੋਚਾਂ ਹੈਗੀਆਂ, ਸਾਡੀ ਬੁੱਧੀ ਜਿਹੜੀ ਆ ਉਹ ਗੰਦੀ ਹੋ ਗਈ ਆ, ਕਿਉਂਕਿ ਮਨ ਨੇ ਗਲਤ ਕਰਮ ਕਰ ਕਰਕੇ ਨਾ ਸਾਨੂੰ ਗੁਨਾਹਾਂ ਦੇ ਪਾਂਧੀ ਬਣਾਤਾ ਹੈਗਾ, ਗੁਨਾਹਗਾਰ ਬਣਾਤਾ। ਇਸ ਕਰਕੇ ਸਾਡੇ ਸਿਰ ਤੇ ਗੁਨਾਹਾਂ ਦੀਆਂ ਪੰਡਾਂ ਹੀ ਹੈਗੀਆਂ। ਕੌਣ ਲਾਏਗਾ? ਤੇ ਨਗੁਰੇ ਦੀ ਮਹਿਮਾ ਮੈਂ ਉਹਨਾਂ ਨੇ ਬਿਆਨ ਕੀਤੀ ਕਿ ਨਗੁਰੇ ਦੇ ਕੋਲ ਕੀ ਹੈਗਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਗੋਰਾ ਮੁਝ ਕੋ ਨਹੀਂ ਮਿਲੇ ਚਾਹੇ ਪਾਪੀ ਮਿਲੇ 1000, ਏਕ ਨਗੋਰੇ ਕੇ ਸ਼ੀਸ਼ ਪਰ ਲੱਖ ਪਾਪੀਆਂ ਕਾ ਪਾਰ।
ਇੱਕ ਨਗੋਰੇ ਦੇ ਸਿਰ ਤੇ ਲੱਖਾਂ ਪਾਪੀਆਂ ਦੀਆਂ ਪਾਪਾਂ ਦੀ ਪੰਡ ਤਾਂ ਹੀ ਮਾਰ ਗਿਆ ਜੇਤਾ ਸਮੁੰਦ ਸਾਗਰ ਨੀਰ ਬੜਾ। ਤਾਂ ਹੀ ਆਖਿਆ ਕਿ ਇੰਨੇ ਗੁਨਾਹਗਾਰ ਹਾਂ ਅਸੀਂ, ਦਇਆ ਕਰ ਸਾਡੇ ਤੇ ਦਾਤਾ, ਆਪਣੀ ਸ਼ਰਨ ਦੇ ਵਿੱਚ ਬੁਲਾ ਕਰਕੇ ਸਾਡੇ ਆਹ ਗੁਨਾਹਾਂ ਦੇ ਵਿੱਚੋਂ ਸਾਨੂੰ ਪਾਰ ਕਰਦੇ। ਤੇ ਜਾਓਗੇ ਤਾਂ ਹੋਵੋਗੇ। ਅਰਦਾਸ ਕਰਨ ਲੱਗੇ ਗ੍ਰੰਥੀ ਕਹਿੰਦਾ, ਪਤਾ ਕੀ ਕਹਿੰਦਾ? ਨਾਨਕ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਬੈਠੋਗੇ? ਮਹਾਰਾਜ ਬਾਣੀ 'ਚ ਕਹਿੰਦੇ ਆ, ਗੁਰੂ ਨਾਨਕ ਦਾ ਜਪੀਏ ਨਾਮ ਪਹਿਲਾਂ। ਹੁਣ ਇੱਥੇ ਪੁਆੜਾ ਇਹ ਪੈ ਜਾਂਦਾ, ਬਹੁਤੇ ਲੋਕ ਇੱਥੇ ਨਾਨਕ ਨਾਂ ਜਿਹੜਾ ਨਾ ਉਹ ਸਮਝਦੇ ਕਿ ਕਾਲੂ ਦੇ ਪੁੱਤਰ ਦਾ ਹੀ ਨਾਂ ਹੁੰਦਾ ਹਰ ਥਾਂ, ਉਹ ਹੋਰ ਨਾਨਕ ਨੇ। ਗੁਰੂ ਨਾਨਕ ਨੇ ਪਰਮਾਤਮਾ ਨੂੰ ਨਾਨਕ ਕਹਿ ਕੇ ਯਾਦ ਕੀਤਾ। ਮੂਲ ਮੰਤਰ ਪੜ੍ਹ ਕੇ ਦੇਖੋ 'ਚ ਕੀ ਲਿਖਿਆ ਵਾ? ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦ ਤੋਂ ਅੰਤ ਤੱਕ ਉਹ ਨਾਨਕ ਸੱਚ ਹੈ, ਪਰ ਉਹ ਇੱਕ ਓਂਕਾਰ, ਉਹ ਇੱਕੋ ਹੀ ਹੈ। ਸਭਾ ਜੀਆਂ ਕੋ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹਰ ਬੰਦਾ ਕਹਿੰਦਾ ਪਰਮਾਤਮਾ ਇੱਕ ਆ, ਅਸੀਂ ਉਹਦੇ ਬੱਚੇ ਹਾਂ। ਕ੍ਰਿਸ਼ਨ ਨੇ ਵੀ ਆਖਿਆ, ਮੀ ਐਂਡ ਮਾਈ ਫਾਦਰ ਆਰ ਵਨ, ਯੂ ਆਰ ਮਾਈ ਸਿਸਟਰ ਐਂਡ ਬ੍ਰਦਰ, ਦੈਟਸ ਮੀਨ ਵੀ ਆਰ ਦਾ ਡਾਟਰ ਐਂਡ ਸਨ ਆਫ ਦਾ ਗੋਡ ਐਜ਼ ਵੈਲ। ਜੇ ਕ੍ਰਾਈਸਟ ਰੱਬ ਦਾ ਪੁੱਤਰ ਹੈਗਾ, ਉਹ ਕਹਿੰਦਾ ਮੈਂ ਉਹਦਾ ਪੁੱਤਰ ਹੈਗਾ, ਤੂੰ ਮੇਰਾ ਪਿਓ ਹੈਗਾ, ਤੁਸੀਂ ਸਾਰੇ ਜਿੰਨੇ ਵੀ ਮੇਰੇ ਭੈਣਾਂ ਤੇ ਭਰਾ ਹੋ, ਤੇ ਇਹਦਾ ਮਤਲਬ ਅਸੀਂ ਵੀ ਉਹਦੇ ਸਨ ਤੇ ਡਾਟਰ ਹੈਗੇ। ਕਦੀ ਸੋਚਦੇ ਹੋ? ਕ੍ਰਾਈਸਟ ਕਹਿੰਦਾ, ਇਫ ਯੂ ਵਾਂਟ ਟੂ ਸੀ ਮਾਈ ਫਾਦਰ, ਲਵ ਦਾ ਨੇਬਰ। ਨੇਬਰ ਕੁਡ ਵੀ ਨੈਕਸਟ ਡੋਰ, ਨੈਕਸਟ ਸਟਰੀਟ, ਨੈਕਸਟ ਰੋਡ, ਨੈਕਸਟ ਵਿਲੇਜ, ਨੈਕਸਟ ਟਾਊਨ, the whole world is our neighbor। ਅਸੀਂ ਕੌਣ ਆ? ਗੁਰੂ ਨਾਨਕ ਪਾਤਸ਼ਾਹ ਦੇ ਆਉਣ ਤੋਂ 250 ਸਾਲ ਪਹਿਲਾਂ ਕਬੀਰ ਸਾਹਿਬ ਨੇ ਦੱਸ ਦਿੱਤਾ ਅਸੀਂ ਕੌਣ ਆ। ਤੇ ਸਾਨੂੰ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਲਿਆਂ ਨੂੰ ਇਹ ਹੀ ਨਹੀਂ ਪਤਾ ਲੱਗਾ ਕਿ ਅਸੀਂ ਕੌਣ ਹੈਗੇ। ਉਹ ਕੋਈ ਕਹਿੰਦਾ ਜੀ ਅਸੀਂ ਸਿੱਖ ਹੈਗੇ ਆ, ਕੋਈ ਕਹਿੰਦਾ ਜੀ ਅਸੀਂ ਸੈਣੀ ਹੈਗੇ ਆ, ਕੋਈ ਕਹਿੰਦਾ ਜੀ ਅਸੀਂ ਜਾਟ ਹੈਗੇ ਆ, ਕੋਈ ਕਹਿੰਦਾ ਜੀ ਅਸੀਂ ਭਾਟੜੇ ਹੈਗੇ ਆ। ਕਿਆ ਬਾਤ, ਜਾਤਾਂ ਪਾਤਾਂ ਲਿਆ ਖੜੀ। ਪਰ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕਹੀ ਆ, ਉਹਦੇ ਤੇ ਅਮਲ ਨਹੀਂ ਅੱਜ ਤੱਕ ਹੋਇਆ। ਕਿੰਨਾ ਅਰਸਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਣੇ ਨੂੰ, ਗੁਰੂ ਅਰਜਨ ਪਾਤਸ਼ਾਹ ਤਿਆਰ ਕੀਤਾ, ਪਰ ਬਾਣੀ ਗੁਰੂ ਨਾਨਕ ਕੋ ਵੀ 250 ਸਾਲ ਪਹਿਲਾਂ ਲਿਖੀ ਗਈ। ਨਾਮਦੇਵ ਨੇ ਬਾਣੀ ਲਿਖੀ, ਕਬੀਰ ਸਾਹਿਬ ਨੇ ਲਿਖੀ, ਭਗਤ ਰਵਿਦਾਸ ਮਹਾਰਾਜ ਨੇ ਲਿਖੀ, ਬਾਬਾ ਫਰੀਦ ਨੇ ਲਿਖੀ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਗੁਰੂ ਨਾਨਕ ਤੋਂ ਪਹਿਲਾਂ ਲਿਖੀ ਗਈ ਜਿਹੜੀ। ਤਾਂ ਕਬੀਰ ਸਾਹਿਬ ਨੇ ਉਹਦੇ ਵਿੱਚ ਕਿਹਾ, ਅੱਬਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ। ਮੰਨਦੇ ਹੋ ਤੁਸੀਂ ਕਿ ਅਸੀਂ ਕੁਦਰਤ ਦੇ ਬੰਦੇ ਆ ਗਿਆ? ਤੁਸੀਂ ਮੰਨਦੇ ਨਹੀਂ ਤਾਂ ਹੈ ਵੀ ਨਹੀਂ। ਅਸੀਂ ਨਾ ਤੇ ਬਦੀਆਂ ਛੱਡੀਆਂ ਨਾ ਬੁਰਾਈਆਂ ਛੱਡੀਆਂ, ਤੇ ਬੰਦੇ ਕਿੱਦਾਂ ਬਣਾਂਗੇ? ਬੰਦੇ ਤਾਂ ਬੰਦਗੀ ਕਰਕੇ ਬਣਾਂਗੇ। ਅੱਬਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਆ ਜਿਹੜਾ ਸਾਡੀ ਜ਼ੁਬਾਨ ਚੋਂ ਲਫ਼ਜ਼ ਨਿਕਲਦਾ, ਤੂੰ ਬੜਾ ਭੈੜਾ, ਮੈਂ ਤੂੰ ਬੜੀ ਭੈੜੀਆਂ, ਨੌ ਸੱਸ ਲੜਦੀਆਂ, ਪਤਾ ਨਹੀਂ ਕੀ ਕੁਛ ਇੱਕ ਦੂਜੇ ਨੂੰ ਕਹਿੰਦੇ ਆ। ਭਰਾ ਭਰਾ ਲੜਦੇ, ਪਤਾ ਨਹੀਂ ਕੀ ਕੁਛ ਬੋਲ ਜਾਂਦੇ ਹੈਗੇ। ਉਹਨਾਂ ਨੂੰ ਪਤਾ ਨਹੀਂ ਕਿ ਅਸੀਂ ਇੱਕ ਖੂਨ ਤੋਂ ਪੈਦਾ ਹੋਏ, ਇੱਕ ਮਾਂ ਦੀ ਪੇਟ ਤੋਂ ਪੈਦਾ ਹੋਏ ਆ। ਤੁਸੀਂ ਦੇਖਿਆ ਕਦੇ ਦਰਖਤ ਦੇ ਉੱਤੇ ਕੰਡੇ ਜਿਹੜੇ ਹੈਗੇ ਪੱਤਿਆਂ ਨਾਲ ਲੜਦੇ ਵੇਖੇ? ਕਦੀ ਫਲ ਲੜਦਾ ਵੇਖਿਆ ਦਰਖਤ ਦੇ ਟਾਹਣੀਆਂ ਨਾਲ? ਇੱਕ ਦਰਖਤ ਦੇ ਉੱਤੇ ਕੰਡੇ ਵੀ ਲੱਗਦੇ ਹੈਗੇ ਆ। ਫੁੱਲ ਵੇਖੋ ਤੁਸੀਂ, ਗੁਲਾਬ ਦਾ ਫੁੱਲ, ਕੰਡੇ ਆਪਣਾ ਕੰਮ ਕਰਦੇ ਹੈਗੇ, ਪੱਤੇ ਆਪਣਾ ਕੰਮ ਕਰਦੇ ਹੈਗੇ, ਫੁੱਲ ਆਪਣਾ ਕੰਮ ਕਰਦਾ। ਇੱਕ ਵਾਰ ਕੰਡਿਆਂ ਨੂੰ ਗੁੱਸਾ ਆ ਗਿਆ, ਕਹਿੰਦੇ ਤੂੰ ਵੀ ਇਸੇ ਟਾਹਣੀ ਨੂੰ ਲੱਗਾ। ਫੁੱਲ ਨੂੰ ਕਹਿੰਦੇ ਤੂੰ ਵੀ ਇਸੇ ਟਾਹਣੀ ਨੂੰ ਲੱਗਾ, ਤੈਨੂੰ ਲੋਕੀ ਪਿਆਰ ਕਰਦੇ ਆ, ਸਾਨੂੰ ਨਫ਼ਰਤ ਕਿਉਂ ਕਰਦੇ ਆ? ਤੈਨੂੰ ਲੋਕੀ ਪਿਆਰ ਕਰਦੇ ਆ, ਕਿੰਨਾ ਸੁੰਘਦੇ ਆ ਤੈਨੂੰ ਵੇਖ ਕੇ ਹੱਸਦੇ ਆ, ਤੇ ਜਦ ਸਾਡੇ ਵੱਲ ਦੇਖਦੇ ਤਾਂ ਮੱਥੇ ਤੇ ਤੀੜੀਆਂ ਪਾ ਲੈਂਦੇ ਆ। ਹੈ ਤੇ ਆਪਾਂ ਇੱਕੋ ਮਾਂ ਦੇ ਜਾਏ ਆ, ਇੱਕੋ ਟਾਹਣੀ ਦੇ ਉੱਤੇ ਹੈਗੇ ਆ, ਆਪਾਂ ਨੂੰ ਖੁਰਾਕ ਇੱਕੋ ਜੜ ਤੋਂ ਆਉਂਦੀ ਹੈਗੀ ਆ। ਫੁੱਲ ਕਹਿੰਦਾ ਤੁਹਾਡਾ ਆਪਣਾ ਕੰਮ ਆ, ਮੇਰਾ ਆਪਣਾ ਕੰਮ ਆ। ਤੁਸੀਂ ਜਿਹੜੀ ਮੇਰੀ ਰਾਖੀ ਕਰਨੀ ਆ, ਉਹਦੇ ਵਿੱਚ ਜਿਹੜਾ ਕੰਮ ਕਰਦੇ, ਜਦ ਬੰਦਾ ਹੱਥ ਪਾਉਂਦਾ ਤਾਂ ਤੁਸੀਂ ਉਹਦੇ ਹੱਥ 'ਚ ਚੁੱਭ ਕਰਕੇ ਤਾਂ ਅਗਲੇ ਦੇ ਖੂਨ ਕੱਢ ਦਿੰਦੇ ਹੋ। ਉਹ ਤਾਂ ਕਹਿੰਦਾ ਵੀ ਸਾਡਾ ਵੀ ਜੀਅ ਕਰਦਾ ਹੁੰਦਾ ਅਸੀਂ ਵੀ ਤੇਰੇ ਵਰਗੇ ਲਾਲ ਹੋ ਜਾਈਏ। ਕੰਡਾ ਕਹਿੰਦਾ ਸਾਡਾ ਵੀ ਜੀਅ ਕਰਦਾ ਤੇਰੇ ਵਰਗਾ ਲਾਲ ਮੂੰਹ ਸਾਡਾ ਵੀ ਹੋ ਜਾਏ। ਕਹਿੰਦਾ ਕਿਸੇ ਨੂੰ ਦੁਖੀ ਕਰਕੇ ਲਾਲ ਹੋਏ ਤਾਂ ਕਿਆ ਲਾਲ ਹੋਏ? ਉਹ ਪਿਆਰ ਦੇ ਨਾਲ ਅਗਲੇ ਨੂੰ ਖੁਸ਼ ਕਰੋ। ਮੈਂ ਪਿਆਰ ਦੇ ਨਾਲ, ਆਪਣੀ ਮਹਿਕ ਦੇ ਨਾਲ, ਆਪਣੇ ਖੇੜੇ ਦੇ ਨਾਲ ਸਭ ਨੂੰ ਖੁਸ਼ ਰੱਖਦਾ ਵਾਂ।
ਕਹਿੰਦਾ ਮੈਂ ਤਾਂ ਟਾਹਣੀ ਛੱਡ ਜਾਂਦਾ, ਮੈਂ ਟਾਹਣੀ ਛੱਡ ਜਾਂਦਾ। ਮੇਰੀ ਜਦੋਂ ਹੋਂਦ ਖਤਮ ਹੋ ਜਾਂਦੀ, ਫੁੱਲ ਜਦੋਂ ਖਤਮ ਹੋ ਜਾਂਦਾ, ਉਹ ਤੋਂ ਕੱਲੀ ਕੱਲੀ ਪੱਤੀ ਕਰਕੇ ਨਾ ਝੜ ਜਾਂਦਾ ਹੈਗਾ। ਆਪਣੇ ਘਰਾਂ 'ਚ ਗੁਲਾਬ ਦਾ ਫੁੱਲ ਲਾਇਆ ਦੇਖਿਓ, ਕੱਲੀ ਕੱਲੀ ਪੱਤੀ ਛੱਡ ਕਰਕੇ ਟਾਹਣੀ ਛੱਡ ਜਾਂਦਾ ਹੈਗਾ। ਵਿਰਾਗ ਦੇ ਵਿੱਚ ਪੱਤੇ ਛੱਡ ਜਾਂਦੇ ਆ। ਉਹ ਕਹਿੰਦੇ ਜਦ ਤੇਰੇ ਵਾਸਤੇ ਤੇ ਆਸਾ, ਤੈਨੂੰ ਖੁਰਾਕ ਦੇਣ ਵਾਸਤੇ ਇਹ ਟਾਹਣੀ ਨਾ ਚੁੰਬੜੇ ਸੀ। ਖੁਰਾਕ ਤੈਨੂੰ ਪੱਤੇ ਖੁਰਾਕ ਦਿੰਦੇ ਨਾ, ਫੁੱਲ ਖੁਰਾਕ ਦੇਣ ਲਈ ਤਾਂ ਅਸੀਂ ਟਾਹਣੀ ਨਾ ਲੱਗੇ। ਤਾਂ ਹੁਣ ਜੇ ਤੂੰ ਹੀ ਹੈ ਨਹੀਂ ਤਾਂ ਅਸੀਂ ਕਿਹਨੂੰ ਖੁਰਾਕ ਦੇਣੀ ਆ? ਆਪਾਂ ਵੀ ਆ ਜਾਣਾ ਤੇਰੇ ਮਗਰ ਹੀ, ਪੱਤੇ ਚੱਲ ਜਾ। ਕੰਡੇ ਟਾਹਣੀ ਨਹੀਂ ਛੱਡਦੇ ਹੈਗੇ। ਕੀ ਕਹਿੰਦੇ? ਕੁਛ ਐਸੇ ਲੋਕ ਆ ਜਿਹੜੇ ਧਰਮਾਂ ਨੂੰ, ਧਰਮ ਗ੍ਰੰਥਾਂ ਨੂੰ ਔਰ ਧਾਰਮਿਕ ਅਸਥਾਨਾਂ ਚੁੰਬੜ ਗਏ ਹੈਗੇ ਆ। ਨੇਕ ਬੰਦੇ ਛੱਡ ਕਰਕੇ ਚੱਲ ਜਾਣਗੇ, ਕੀ ਲੈਣਾ ਲੜਾਈ ਦੇ ਵਿੱਚ ਜਾਓ। ਪਰ ਕੰਡਿਆਂ ਵਰਗੇ ਲੋਕ ਜਿਹੜੇ ਆ, ਉਹ ਕਦੀ ਧਾਰਮਿਕ ਅਸਥਾਨ ਨਹੀਂ ਛੱਡਦੇ। ਔਰ ਧਰਮ ਦੇ ਵਿੱਚ ਅੱਜ ਤੱਕ ਤੁਸੀਂ ਵੇਖ ਲਓ ਕਿੰਨੀਆਂ ਲੜਾਈਆਂ, ਕਿੰਨੀਆਂ ਜੁੱਤੀਆਂ ਸਣੇ ਪੁਲਿਸ ਆ ਵੜਦੀ ਆ, ਉਹਨਾਂ ਨੂੰ ਸ਼ਰਮ ਵਾਲੀ ਗੱਲ ਹੀ ਨਹੀਂ ਰਹਿ ਜਾਂਦੀ ਆ। ਔਰ ਉਸ ਵੇਲੇ ਉਹਨਾਂ ਨੂੰ ਭੌ ਨਹੀਂ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਵੀ ਹੈਗਾ ਇੱਥੇ। ਗੁਰੂ ਗ੍ਰੰਥ ਸਾਹਿਬ ਨੂੰ ਅਗਰ ਗੁਰੂ ਗੋਬਿੰਦ ਸਿੰਘ ਜਿੰਦਾ ਹੁੰਦਾ ਤੇ ਤੁਸੀਂ ਇੱਦਾਂ ਦੀਆਂ ਆ ਜਿਹੜੇ ਤਮੱਚੇ ਮਚਾਉਂਦੇ ਆ ਗੁਰੂ ਘਰਾਂ ਦੇ ਵਿੱਚ, ਕਿਆ ਇਹ ਮਚਾਉਂਦੇ ਉਹਦੇ ਸਾਹਮਣੇ? ਜਿਹਦਿਆਂ ਨੂੰ ਗੱਡ ਦਿੰਦਾ ਜ਼ਮੀਨ ਦੇ ਵਿੱਚੋਂ। ਇੱਕ ਐਸੇ ਸੇਵਕ ਨੇ ਮਹਾਰਾਜ ਨੂੰ ਸੇਵਾ ਦੇ ਵਾਸਤੇ ਬੇਨਤੀ ਕੀਤੀ, ਪਾਤਸ਼ਾਹ ਮੈਨੂੰ ਆਪਣੇ ਦਰ ਘਰ ਦੇ ਵਿੱਚ ਸੇਵਾ ਦੇ ਦਿਓ, ਮੇਰਾ ਵੀ ਜੀ ਕਰਦਾ ਸੇਵਾ ਕਰਨ ਨੂੰ। ਕਹਿੰਦੇ ਬਈ ਤੂੰ ਏਦਾਂ ਕਰ, ਅੰਮ੍ਰਿਤ ਛਕ ਕੇ ਤੇ ਸਿਪਾਹੀ ਬਣ ਜਾ। ਕਹਿੰਦਾ ਮਹਾਰਾਜ ਮੈਂ ਖੂਨ ਖਰਾਬਾ ਨਹੀਂ ਕਰ ਸਕਦਾ, ਮੈਂ ਲੜ ਨਹੀਂ ਸਕਦਾ, ਇਹ ਕੰਮ ਮੇਰੇ ਤੋਂ ਨਹੀਂ ਹੋਣਾ। ਕਹਿੰਦੇ ਵੀ ਫਿਰ ਹੋਰ ਤੂੰ ਕਿਹੜਾ ਕੰਮ ਕਰੇਗਾ? ਇਸ ਲਈ ਸਾਨੂੰ ਤੇ ਲੋੜ ਆ ਫੌਜ ਦੇ ਵਿੱਚ ਜ਼ੁਲਮ ਦੇ ਨਾਲ, ਜ਼ਾਲਮ ਦੇ ਨਾਲ ਲੜਨ ਵਾਸਤੇ ਸਾਨੂੰ ਤੇ ਫੌਜੀ ਬੰਦੇ ਚਾਹੀਦੇ, ਸਿੰਘ ਚਾਹੀਦੇ ਹੈਗੇ। ਕਹਿੰਦਾ ਮਹਾਰਾਜ ਇਹ ਕੰਮ ਮੇਰੇ ਤੋਂ ਨਹੀਂ, ਮੈਂ ਖੂਨ ਖਰਾਬਾ ਨਹੀਂ ਕਰ ਸਕਦਾ। ਦਇਆ ਦਾ ਪਾਤਰ ਸੀਗਾ ਮਹਾਰਾਜ, ਮੈਂ ਇੰਨਾ ਦਲੇਰ ਨਹੀਂ ਹੈਗਾ ਵੀ ਤੂੰ ਹੋਰ ਕੰਮ ਕਰਾ ਲਓ। ਕਹਿੰਦਾ ਵੀ ਕੀ ਕਰੇਗਾ ਤੂੰ? ਕਹਿੰਦਾ ਮਹਾਰਾਜ ਮੈਂ ਤੁਹਾਡੇ ਘੋੜਿਆਂ ਨੂੰ ਨਾ ਘਾਹ ਖੋਦ ਕੇ ਲਿਆ ਕੇ ਉਹ ਪਾਇਆ ਕਰਾਂਗਾ, ਘੋੜਿਆਂ ਦੇ ਖਰਕਣਾ ਕਰਿਆ ਕਰਾਂਗਾ। ਮਹਾਰਾਜ ਹੱਸ ਪਏ, ਕਹਿੰਦੇ ਅੱਛਾ। ਕਹਿੰਦੇ ਮਹਾਰਾਜ ਮੈਨੂੰ ਸੇਵਾ ਦੇ ਦਿਓ। ਕਹਿੰਦੇ ਜਾ ਤਾਂ ਤੈਨੂੰ ਸੇਵਾ ਦਿੱਤੀ। ਜਦ ਸੇਵਾ ਲੈ ਕਰਕੇ ਤਵੇਲੇ ਦੇ ਵਿੱਚ ਸੇਵਕਾਂ ਨੇ ਲਿਜਾ ਕਰਕੇ, ਸਿੰਘਾਂ ਨੇ ਲਿਜਾ ਕਰਕੇ ਦੱਸਿਆ ਵੀ ਤੇਰੀ ਸੇਵਾ ਇੱਥੇ ਹੈਗੀ, ਇੱਥੇ ਕੰਮ ਕਰਨਾ। ਉਹਨੇ ਵਿਚਾਰੇ ਨੇ ਸਵੇਰ ਤੋਂ ਜਾ ਕਰਕੇ ਘਾਹ ਵੱਢ ਕਰਕੇ ਲਿਆ ਕਰਕੇ ਘੋੜਿਆਂ ਲਈ ਰੱਖਣਾ, ਔਰ ਲਿਆ ਕਰਕੇ ਕੁਤਰ ਕਰਕੇ ਜਾਂ ਉਵੇਂ ਸੁੱਟਣਾ, ਘੋੜਿਆਂ ਨੇ ਖਾਣਾ। ਫਿਰ ਜਦੋਂ ਉਹਦੇ ਕੋਲ ਟਾਈਮ ਹੋਣਾ ਉਹਨੇ ਘੋੜਿਆਂ ਦੇ ਖਰਕਣਾ ਕਰਨਾ, ਬੁਰਸ਼ ਲੈ ਕਰਕੇ ਘੋੜਿਆਂ ਦੇ ਖਰਕਣਾ ਕਰਦੇ ਕਰਦੇ। ਔਰ ਘੋੜੇ ਇੰਨਾ ਪਿਆਰ ਕਰਨ ਲੱਗ ਪਏ ਕਿ ਉਹ ਘੋੜਿਆਂ ਨੂੰ ਪਿਆਰ ਕਰਦਾ ਸੀਗਾ। ਸਪੈਸ਼ਲੀ ਨੀਲੇ ਘੋੜੇ ਨੂੰ ਇੰਨਾ ਪਿਆਰ ਕਰਦਾ ਸੀ ਉਹ। ਤੇ ਨੀਲਾ ਘੋੜਾ ਵੀ ਉਡੀਕਦਾ ਹੁੰਦਾ ਹੈਗਾ ਕਿ ਭਾਈ ਬੇਲਾ ਕਦੋਂ ਆਉਂਦਾ ਹੈਗਾ। ਇੱਕ ਦਿਨ ਸੇਵਕ ਸਾਰੇ ਬੈਠੇ ਤੇ ਉਹ ਕੋਲ ਦੀ ਲੰਘਣ ਲੱਗਿਆ। ਕਹਿੰਦਾ ਬਈ ਤੁਸੀਂ ਕੀ ਕਰਦੇ ਹੋ ਸਵੇਰ ਨੂੰ ਵੀ? ਕਹਿੰਦਾ ਤੁਸੀਂ ਕੁਝ ਬੋਲਦੇ ਹੁੰਦੇ, ਮੈਨੂੰ ਪਤਾ ਨਹੀਂ ਲੱਗਦਾ, ਮੈਨੂੰ ਵੀ ਦੱਸ ਦਿਓ, ਮੈਂ ਵੀ ਕਰਿਆ ਕਰਾਂ। ਉਹ ਤੂੰ ਜਾ, ਤੇਰੇ ਕੰਮ ਦੀ, ਤੂੰ ਜਾ ਘੋੜਿਆਂ ਦੀ ਸੇਵਾ ਕਰ ਜਾ ਕਰਕੇ, ਐਵੇਂ ਕਹਿ ਕਰਕੇ ਉਹਨੂੰ ਤੋਰ ਦੇਣਾ। ਇੱਕ ਦਿਨ ਉਹ ਇੱਕ ਸ਼ਰੀਫ ਬੰਦੇ ਨੂੰ ਪੁੱਛਦਾ, ਕਹਿੰਦਾ ਤੁਸੀਂ ਸਵੇਰ ਨੂੰ ਵੀ ਆਹ ਕੰਮ ਕਰਦੇ ਆ, ਸ਼ਾਮਾਂ ਨੂੰ ਵੀ ਕਰਦੇ ਆ, ਤੇ ਮੈਨੂੰ ਵੀ ਦੱਸ ਦਿਓ ਕੀ ਕਰਦੇ? ਕਹਿੰਦਾ ਅਸੀਂ ਨਾਮ ਜਪਦੇ ਹੁੰਦੇ ਹਾਂ। ਕਹਿੰਦੇ ਅੱਛਾ ਨਾਮ ਜਪਦੇ ਹੁੰਦੇ ਆ, ਇਹ ਕਿੱਥੋਂ ਮਿਲਦਾ? ਕਹਿੰਦੇ ਮਹਾਰਾਜ ਤੋਂ ਮਿਲਦਾ ਵਾ। ਕਹਿੰਦੇ ਮਹਾਰਾਜ ਤੋਂ ਮਿਲਦਾ ਵਾ ਨਾ। ਮਹਾਰਾਜ ਤਬੇਲੇ ਦੇ ਵਿੱਚ ਆਏ, ਕਹਿਣ ਲੱਗੇ ਵੀ ਘੋੜਾ ਤਿਆਰ ਕਰ ਦਿਓ। ਘੋੜਾ ਤਿਆਰ ਕੀਤਾ, ਮਹਾਰਾਜ ਤੁਰਨ ਲੱਗੇ ਨਾ। ਕਹਿੰਦਾ ਮਹਾਰਾਜ ਜੀ ਸ਼ਾਮਾਂ ਦਾ ਵੇਲਾ, ਸ਼ਾਮਾਂ ਦਾ ਵੇਲਾ। ਕਹਿੰਦਾ ਮਹਾਰਾਜ ਜੀ ਮੈਨੂੰ ਵੀ ਨਾਮ ਦੇ ਦਿਓ, ਮੈਂ ਵੀ ਜਪਿਆ ਕਰਾਂਗਾ। ਜਦੋਂ ਢਿੱਲੇ ਜਾਈਦਾ ਬੰਦਾ ਇਕੱਠਾ ਜਿਹਾ ਹੋ ਕੇ ਡਰਦਾ ਡਰਦਾ, ਮਹਾਰਾਜ ਜੀ ਮੈਨੂੰ ਵੀ ਨਾਮ ਦੇ ਦਿਆ ਕਰੋ, ਮੈਂ ਵੀ ਨਾਮ ਜਪਿਆ ਕਰਾਂਗਾ। ਉਹ ਹੱਸ ਪਏ, ਕਹਿੰਦੇ ਓਏ ਆਹ ਕੋਈ ਵੇਲਾ ਵਾ ਨਾਮ ਮੰਗਣ ਦਾ? ਆਹ ਕੋਈ ਵੇਲਾ? ਭਾਈ ਗੁਰਮੁਖ ਸਿੰਘ ਤੇਰਾ ਕੀ ਨਾਂ? ਕਹਿੰਦਾ ਮਹਾਰਾਜ ਮੇਰਾ ਨਾਮ ਵੇਲਾ ਹੀ ਆ, ਮੈਨੂੰ ਭਾਈ ਵੇਲਾ ਕਹਿੰਦੇ ਆ ਸਾਰੇ। ਮਹਾਰਾਜ ਹੱਸ ਕੇ ਕਹਿੰਦੇ ਵਾਹ ਭਾਈ ਵੇਲਾ, ਨਾ ਪਛਾਣੇ ਵਕਤ ਨਾ ਪਛਾਣੇ ਵੇਲਾ। ਉਹਨੇ ਸੋਚਿਆ ਕਿ ਮਹਾਰਾਜ ਨੇ ਮੈਨੂੰ ਨਾਮ ਦੇ ਦਿੱਤਾ ਹੈਗਾ। ਉਹਨੇ ਇਹੋ ਜਪਣਾ ਸ਼ੁਰੂ ਕਰ ਦਿੱਤਾ। ਜਦ ਉਹਨੇ ਜਪਣਾ ਵਾਹ ਭਾਈ ਵੇਲਾ, ਨਾ ਪਛਾਣੇ ਵਕਤ ਨਾ ਪਛਾਣੇ ਵੇਲਾ, ਜੇ ਕਿਸੇ ਤੁਰਦੇ ਜਾਂਦੇ ਜਾਂ ਸੁਣਨਾ ਨਾ ਕੀ ਕਹਿੰਦਾ, ਕੋਲ ਖੜ ਕੇ ਸੁਣਨਾ ਉਹਨੂੰ ਕੀ ਕਹਿੰਦਾ। ਇਹਦੀ ਸ਼ਦਾਈ ਆ, ਕਹਿਣਾ ਸ਼ਦਾਈ ਆ।
ਉਹ ਜਿਉਂ-ਜਿਉਂ ਜਪਦਾ ਗਿਆ, ਜਿਉਂ-ਜਿਉਂ ਜਪਦਾ ਗਿਆ, ਉਹਨੂੰ ਆਨੰਦ ਆਉਣਾ ਸ਼ੁਰੂ ਹੋ ਗਿਆ। ਜਪਦਿਆਂ ਜਪਦਿਆਂ ਵਾਹ ਭਾਈ ਬੇਲਾ ਨਾ ਪਛਾਣੇ ਵਕਤ, ਜਿੰਨੇ ਵਕਤ ਤੇ ਬੇਲਾ ਪਛਾਣਿਆ ਨਹੀਂ ਨਾਮ ਜਪਣ ਦੇ ਵਾਸਤੇ ਨਾ, ਦਾਤਾ ਵੀ ਨਹੀਂ ਪਛਾਣਦਾ ਕਿਹੜੇ ਵਕਤ ਤੇ ਰਹਿਮਤ ਕਰਨੀ ਆ ਤੇ ਕਿਹੜੇ ਵਕਤ ਤੇ ਨਹੀਂ ਕਰਨੀ। ਉਹ ਤੇ ਸਦਾ ਦਿਆਲ ਹੈ, ਸਦਾ ਹੀ ਦਿਆਲ ਆ, ਹਰ ਵੇਲੇ ਦਿਆਲ ਹੈਗਾ। ਮੰਗਣ ਵਾਲੇ ਲੈਣ ਵਾਲੇ ਤੇ ਬਣੀਏ, ਉਹ ਤਾਂ ਦੇਣ ਵਾਸਤੇ ਤਿਆਰ ਆ। ਦੱਦਾ ਦਾਤਾ ਇੱਕ ਆ, ਸਭਨਾਂ ਨੂੰ ਦੇਵਣਾ। ਮੰਗਤੇ ਤਾਂ ਬਣੀਏ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਅਸੀਂ ਹਾਲੇ ਮੰਗਤੇ ਨਹੀਂ ਬਣੇ ਆ, ਲੈਣ ਵਾਲੇ ਨਹੀਂ ਬਣੇ। ਤਾਂ ਹੀ ਇੱਕ ਸ਼ਬਦ ਕਿੰਨਾ ਸੁੰਦਰ ਬਾਣੀ ਦੇ ਵਿੱਚ ਦਿੱਤਾ, ਪਲਟੂ ਸਾਹਿਬ ਦਾ ਸ਼ਬਦ ਹੈ, ਪਲਟੂ ਪਾਰਸ ਕਿਆ ਕਰੇ ਜਦ ਲੋਹਾ ਖੋਟਾ ਹੋਏ, ਗੁਰੂ ਤੋਂ ਦੇਤ ਹੈ ਲੇਤਾ ਨਹੀਂ ਕੋਈ। ਗੁਰੂ ਨਾਨਕ ਦੇਣ ਵਾਸਤੇ ਹੀ ਆਇਆ ਸੀ, ਸਾਰਿਆਂ ਨੂੰ ਹੀ ਭਾਈ ਲੈਣੇ ਵਰਗੀ ਦਾਤ ਦੇਣ ਆਇਆ ਸੀਗਾ, ਪਰ ਇੱਕ ਬੰਦਾ ਮਿਲਿਆ, ਇੱਕ। ਤੇ ਗੁਰੂ ਨਾਨਕ ਨੇ ਇੱਥੇ ਲਿਆ, ਨਾਨਕ ਕੋਟਨ ਮੇ ਕਉ ਨਾਰਾਇਣ ਜੋ ਚਿੱਤ, ਕਰੋੜਾਂ ਚੋਂ ਕੋਈ ਇੱਕ ਜਿਹੜਾ ਮਾਲਕ ਦੇ ਨਾਲ ਚਿੱਤ ਜੋੜ ਗਿਆ। ਭਾਈ ਬੇਲਾ ਜੀ ਨੂੰ ਜਦੋਂ ਆਨੰਦ ਆਉਣ ਲੱਗਿਆ, ਆਨੰਦ ਅਵਸਥਾ ਆਈ ਤਾਂ ਉਹਨੇ ਮਸਤੀ ਦੇ ਵਿੱਚ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ। ਮਸਤੀ ਆਉਂਦੀ ਸੀ, ਮਹਾਰਾਜ ਦੇ ਦਰਸ਼ਨ ਹੋਣ ਲੱਗ ਪਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਹੋਣੇ, ਦਿਨ ਰਾਤੀ ਦਰਸ਼ਨ, ਜਦੋਂ ਦਿਲ ਕਰਦਾ ਉਹਨੇ ਉੱਚੀ ਉੱਚੀ ਬੋਲਣਾ, ਦਿਖਾਣਾ ਪਾਗਲ ਹੋ ਗਿਆ ਇਹ ਤੇ ਬੜਾ ਸੋਹਣਾ ਬੰਦਾ ਸੀ, ਪਤਾ ਨਹੀਂ ਇਹਨੂੰ ਕੀ ਹੋ ਗਿਆ, ਆਪਣਾ ਹੀ ਨਾਂ ਲਈ ਜਾਂਦਾ। ਬਾਹ ਭਾਈ ਬੇਲਾ ਨਾ ਪਛਾਣੇ ਵਕਤ, ਨਾ ਪਛਾਣੇ ਬੇਲਾ। ਤੋ ਜੇ ਕਿਸੇ ਨੇ ਉਹਨੂੰ ਪੁੱਛਣਾ ਕੀ ਕਰਦਾ, ਉਹਨੂੰ ਕਹਿਣਾ ਮੈਂ ਨਾਮ ਜਪਦਾ। ਉਹਨੇ ਹੱਸ ਕੇ ਕਹਿਣਾ ਉਹ ਨਾਮ ਇਹ ਨਹੀਂ ਆ। ਉਹਨੇ ਕਿਸੇ ਨੂੰ ਕੁਛ ਨਹੀਂ ਕਹਿਣਾ, ਕਿਸੇ ਨੂੰ ਕੁਛ ਨਹੀਂ ਕਹਿਣਾ। ਤੇ ਮਹਾਰਾਜ ਨੇ ਜਦੋਂ ਵੇਖਿਆ ਕਿ ਬੇਲਾ ਦੀ ਅਵਸਥਾ ਜਿਹੜੀ ਹੈ ਬੜੀ ਉੱਚੀ ਹੋ ਗਈ ਆ, ਇੱਕ ਦਿਨ ਮਹਾਰਾਜ ਘੋੜੇ ਤੋਂ ਉਤਰੇ, ਘੋੜੇ ਤੋਂ ਉਤਰ ਕਰਕੇ ਪਸੀਨੇ ਦੇ ਨਾਲ ਕੁੜਤਾ ਭਿੱਜਾ ਪਿਆ ਭਾਈ ਬੇਲਾ ਜੀ ਦਾ। ਤੇ ਮਹਾਰਾਜ ਜਦੋਂ ਨਾ ਉਤਰੇ ਘੋੜੇ ਤੋਂ, ਕਹਿੰਦੇ ਭਾਈ ਬੇਲਾ ਕਿੱਥੇ ਹੈਗਾ ਤੂੰ? ਪਾਤਸ਼ਾਹ ਮੈਂ ਹੁਣੇ ਇੱਧਰੋਂ ਆਇਆ ਘੋੜਾ ਫੜਨ ਵਾਸਤੇ। ਜਦੋਂ ਗਿਆ ਨਾ ਤੇ ਭਾਈ ਬੇਲੇ ਦਾ ਕੁੜਤਾ ਭਿੱਜਾ ਪਸੀਨੇ ਦਾ, ਮਹਾਰਾਜ ਨੇ ਘੁੱਟ ਕੇ ਗਲਵੱਕੜੀ ਦੇ ਵਿੱਚ ਲਾ ਲਿਆ। ਵਾਹ ਭਾਈ ਬੇਲਾ, ਨਾ ਪਛਾਣੇ ਵਕਤ, ਨਾ ਪਛਾਣੇ ਬੇਲਾ। ਮਹਾਰਾਜ ਨੇ ਇੰਨੀ ਗੱਲ ਕਿ ਜਿਹੜੇ ਨਾਲ ਸੇਵਕ ਸੀਗੇ ਨਾ, ਧਿਆਨ ਰੱਖਿਓ, ਗੁਰੂ ਦੇ ਨਾਲ ਰਹਿਣ ਵਾਲੇ ਸੇਵਕਾਂ ਦੇ ਵਿਚਾਰ ਇੱਕੋ ਜਿਹੇ ਨਹੀਂ ਹੁੰਦੇ। ਸੰਗਤ ਦੇ ਵਿੱਚ ਆਉਣ ਵਾਲੇ ਸੇਵਕਾਂ ਦੇ ਵਿਚਾਰ ਇੱਕੋ ਜਿਹੇ ਨਹੀਂ ਹੁੰਦੇ। ਈਰਖਾ ਕਿਸੇ ਦੇ ਪਿਓ ਦੇ ਨਹੀਂ, ਅੰਦਰੋਂ ਨਿਕਲਦੀ ਆ। ਸਭ ਕੁਛ ਘਰ ਮਾਹੇ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭਲਾਈ। ਰੱਬ ਬਾਹਰ ਨਹੀਂ ਜੇ ਹੁੰਦਾ ਤਾਂ ਅੱਜ ਤੱਕ ਕਿਸੇ ਨੂੰ ਸੜਕਾਂ ਤੇ ਫਿਰਦਾ ਮਿਲ ਜਾਂਦਾ। ਜੇ ਗੁਰਦੁਆਰੇ 'ਚ ਹੁੰਦਾ ਤਾਂ ਗ੍ਰੰਥੀ ਨੂੰ ਤੁਹਾਡੇ ਨਾਲੋਂ ਪਹਿਲਾਂ ਮਿਲਦਾ। ਉਹ ਤਾਂ ਸਵੇਰੇ ਅੰਮ੍ਰਿਤ ਵੇਲੇ 3-4 ਵਜੇ ਜਾ ਕਰਕੇ ਪ੍ਰਕਾਸ਼ ਕਰਦਾ ਹੈਗਾ, ਸਾਰਿਆਂ ਤੋਂ ਬਾਅਦ ਦੇ ਵਿੱਚ ਉਹ ਆਉਂਦਾ ਹੈਗਾ, ਉਹਨੂੰ ਮਿਲ ਜਾਂਦਾ। ਮੰਦਿਰ ਦੇ ਵਿੱਚ ਪੰਡਿਤ ਨੂੰ ਨਹੀਂ ਮਿਲਿਆ, ਮਸਜਿਦ ਦੇ ਵਿੱਚ ਮੁੱਲਾ ਨੂੰ ਨਹੀਂ ਮਿਲਿਆ, ਚਰਚ ਦੇ ਪਾਦਰੀ ਨੂੰ ਨਹੀਂ ਮਿਲਿਆ ਹੈਗਾ। ਤੜਫਦੇ ਤਰਸਦੇ ਹੈਗੇ ਆ। ਜਿਹਨੂੰ ਮਿਲਿਆ ਵਾ ਉਹ ਇੱਟਾਂ ਪੱਥਰਾਂ ਦੇ ਮਕਾਨਾਂ 'ਚੋਂ ਨਹੀਂ, ਉਹਨੂੰ ਅੰਦਰੋਂ ਮਿਲਿਆ। ਬੁੱਲੇ ਸ਼ਾਹ 100 ਅੰਦਰੋਂ ਪਾਇਆ, ਭੁੱਲੀ ਫਿਰੇ ਲੁਕਾਈ। ਬਾਬਾ ਬੁੱਲੇ ਸ਼ਾਹ ਨੇ ਇਹ ਗੱਲ ਆਖੀ, ਕਹਿੰਦੇ ਅੰਦਰੋਂ ਪਾਇਆ, ਲੋਕੀ ਭੁੱਲੇ ਫਿਰਦੇ ਆ। ਤੇ ਗੁਰੂ ਅਰਜਨ ਪਾਤਸ਼ਾਹ ਨੇ ਕਹਤਾ ਸਭ ਕੁਛ ਘਰ ਮਾਹੇ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭਲਾਈ। ਮਹਾਰਾਜ ਗੁਰੂ ਰਾਮਦਾਸ ਨੇ ਏਡੀ ਵੱਡੀ ਗੱਲ ਕਹਿ ਦਿੱਤੀ, ਹਰ ਮੰਦਰ ਇਹ ਸਰੀਰ ਹੈ ਜਿਸਮੇ ਵਸੇ ਨਿਰੰਕਾਰ, ਬੈਠਾ ਵੇਖੇ ਵੱਖ ਅਕੇਲਾ। ਤੁਸੀਂ ਕਿੱਥੋਂ ਟੋਲਦੇ ਫਿਰਦੇ ਹੋ ਰੱਬ ਨੂੰ? ਇੱਟਾਂ ਪੱਥਰਾਂ ਦੇ ਮਕਾਨਾਂ 'ਚ ਨਹੀਂ ਮਿਲਣਾ, ਨਾ ਮਿਲਿਆ, ਨਾ ਮਿਲ ਸਕਦਾ, ਨਾ ਮਿਲੇਗਾ। ਜਿੱਦਣ ਮਿਲੇਗਾ ਤੁਹਾਨੂੰ ਅੰਦਰੋਂ ਮਿਲੇਗਾ। ਤੁਹਾਡੀ ਸੂਈ ਘਰ 'ਚ ਗੁਆਚੀ ਆ ਤੇ ਤੁਸੀਂ ਬਾਹਰ ਜਾ ਕੇ ਸੜਕ ਤੇ ਲੱਭੋ, ਉਹ ਕੋਈ ਪੁੱਛਦਾ ਵੀ ਕੀ ਲੱਭਦਾ, ਕਹਿੰਦਾ ਸੂਈ ਗੁਆਚੀ। ਕਹਿੰਦਾ ਕਿੱਥੇ? ਕਹਿੰਦਾ ਉਹ ਅੰਦਰ ਗੁਆਚ। ਕਹਿੰਦਾ ਇੱਥੇ, ਕਹਿੰਦਾ ਇੱਥੇ ਲਾਈਟ ਹੈਗੀ। ਕਹਿੰਦਾ ਉਹ ਜਾ ਕਰਕੇ ਘਰ ਨਾ ਬੈਟਰੀ ਜਾਂ ਮੋਮਬੱਤੀ ਲੈ ਕੇ ਜਿੱਥੇ ਡਿੱਗੀ ਹੈਗੀ ਉੱਥੇ ਜਾ ਕੇ ਦੇਖ ਲਾ, ਗੁਆਚੀ ਕਿਤੇ ਆ ਲੱਭ। ਉਹ ਪਰਮਾਤਮਾ ਇੱਥੇ ਅੰਦਰ ਬੈਠਾ, ਟੋਲਦੇ ਫਿਰਦੇ ਬਾਹਰ ਉਹਨੂੰ। ਹਜ਼ਾਰਾਂ ਮੀਲਾਂ ਦਾ ਸਫ਼ਰ ਕਰਕੇ ਟੋਲਦੇ, ਸ਼ਾਇਦ ਉੱਥੇ ਮਿਲ ਜੂ, ਉੱਥੇ ਜਾ ਕੇ ਵਾਪਸ ਮੁੜ ਆਉਂਦੇ ਆ, ਖਾਲੀ ਆ ਜਾਂਦੇ। ਕੋਈ ਨਹੀਂ ਮਿਲਿਆ ਹਾਲੇ ਤੱਕ। ਜਦ ਤੱਕ ਭਾਂਡਾ ਸਾਫ਼ ਨਹੀਂ ਹੁੰਦਾ ਉਹਨਾਂ ਚਿਕਰ ਵਸਤੂ ਨਹੀਂ ਪੈਣੀ। ਬਾਬਾ ਬੁੱਲੇ ਸ਼ਾਹ ਕਹਿੰਦੇ ਨਾ, ਭੱਜ ਭੱਜ ਮੈਂ ਵੜਦਾ ਮੰਦਰ ਮਸੀਤੀ, ਕੀ ਮਿਲਿਆ ਮੰਦਰ ਮਸੀਤੀ ਵੜ ਕੇ। ਐਸੀਆਂ ਗੱਲਾਂ ਬੁੱਲੇ ਸ਼ਾਹ ਨੇ ਕਹਿ ਦਿੱਤੀਆਂ ਔਰ ਹਿਲਾ ਕੇ ਰੱਖ ਦਿੱਤਾ ਪ੍ਰਕਿਰਤੀ ਨੂੰ। ਨਿਤ ਨਮਾਜ਼ਾਂ ਪੜ੍ਹਦਾ, ਕੀ ਮਿਲਿਆ ਵਿੱਚ ਨਮਾਜ਼ਾਂ ਪੜ੍ਹ ਕੇ? ਬੁੱਲੇ ਸ਼ਾਹ
ਜਾਗ ਬਿਨਾਂ ਦੁੱਧ ਨਹੀਂ ਜੰਮਣਾ, ਭਾਵੇਂ ਲਾਲ ਹੋ ਜਾ ਕੜ ਕੜ ਕੇ, ਜਾਗ ਲਾਉਣਾ ਪਏਗਾ। ਨਾਮ ਚਾਹੀਦਾ, ਸ਼ਬਦ ਚਾਹੀਦਾ। ਜੇ ਸ਼ਬਦ ਦੀ ਤਾਕਤ ਦੇ ਉੱਤੇ ਇਹ ਧਰਤੀ, ਇਹ ਸੂਰਜ ਔਰ ਇਹ ਸਮੁੰਦਰ ਦਾ ਪਾਣੀ ਕੰਟਰੋਲ ਆ, ਸ਼ਬਦ ਦੇ ਧਰਤੀ, ਸ਼ਬਦ ਦੇ ਸ਼ਬਦ, ਸ਼ਬਦ ਦੇ ਸ਼ਬਦ ਬਇਆ ਪ੍ਰਕਾਸ਼। ਇਹ ਸ਼ਬਦ ਦੀ ਤਾਕਤ ਆ। ਆਓ ਆਪਾਂ ਦੇਖੀਏ ਗੁਰੂ ਕੀ ਤਾਕਤ ਹੈ, ਬਾਣੀ ਕੀ ਤਾਕਤ ਹੈ। ਜੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਆਖਿਆ ਨਾ, ਦਾਤਾ ਅਸੀਂ ਗੁਨਾਹਾਂ ਨਾਲ ਭਰੇ ਪਏ, ਸਾਨੂੰ ਸਭ ਪਹਿਲਾਂ ਪਛਾਣੀਏ ਕਿ ਦਾਤ ਕਿੱਥੋਂ ਮਿਲਣੀ ਹੈਗੀ ਆ, ਜਿਹਦੇ ਨਾਲ ਅਸੀਂ ਆਪਣੇ ਤਨ ਦੀ, ਆਤਮਾ ਦੇ ਤੇ ਮਨ ਦੇ ਕੱਪੜੇ ਧੋਣੇ ਹੈਗੇ ਆ। ਸਾਬਣ ਕਿੱਥੋਂ ਮਿਲੇਗਾ, ਇਹ ਨਾਮ ਕਿੱਥੋਂ ਮਿਲੇਗਾ? ਜਿਹੜਾ ਕਿਹਾ ਉਹ ਧੋਪੇ ਨਾਮੇ ਕੇ ਸੰਗ, ਨਾਮ ਕਿੱਥੋਂ ਮਿਲੇਗਾ? ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇਖੋ ਕੀ ਕਹਿੰਦਾ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋਵੋ ਨਾ, ਤੇ ਤੁਸੀਂ ਜ਼ਰੂਰ ਇਸ ਤੁਕ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਓ, ਔਰ ਕਿਤੇ ਭਟਕਣ ਦੀ ਲੋੜ ਨਾ ਪਵੇ ਤੁਹਾਨੂੰ। ਤੁਹਾਡੇ ਘਰ ਦੇ ਵਿੱਚ ਨਾਨਕ ਆ ਜਾਏਗਾ, ਰੱਬ ਤੁਹਾਡੇ ਘਰ 'ਚ ਆ ਜਾਏਗਾ। ਤੁਹਾਨੂੰ ਪੁੱਛਣ ਵਾਸਤੇ ਦੱਸੋ ਕੀ ਚਾਹੀਦਾ ਹੈਗਾ, ਤੁਸੀਂ ਉੱਥੋਂ ਤੱਕ ਪਹੁੰਚ ਨਹੀਂ ਕਰਦੇ। ਜੇ ਨਾਮ ਕਿਸੇ ਨੇ ਲੈ ਲਿਆ, ਜਪਣ ਲੱਗਦਾ ਨਾ, ਜਦ ਸਾਡੀਆਂ ਲੱਤਾਂ ਇੱਥੋਂ ਤੱਕ ਸੌਂਦੀਆਂ ਨਾ, ਤਾਂ ਅਸੀਂ ਉੱਠ ਕੇ ਖੜੇ ਹੋ ਜਾਂਦੇ ਹਾਂ। ਲੱਤਾਂ ਸੌਂ ਗਈਆਂ, ਹੁਣ ਉੱਠ ਕੇ ਖੜੇ ਹੋ ਜਾਓ। ਇਹ ਪਹਿਲੀ ਅਵਸਥਾ ਵਾ ਨਾਮ ਜਪਣ ਦੀ। ਲੱਤਾਂ ਸੌਂ ਜਾਣੀਆਂ, ਪਹਿਲੀ ਅਵਸਥਾ ਵਾ। ਲੱਤਾਂ ਸੌਂ ਜਾਣੀਆਂ, ਸਰੀਰ ਸੁੰਨ ਹੋ ਜਾਣਾ, ਔਰ ਇੱਕ ਐਸੀ ਅਵਸਥਾ ਆਉਂਦੀ ਆ, ਸੁਨ ਮਹਾ ਸੁਨ ਅਵਸਥਾ ਜਿਹੜੀ ਆ। ਜਿਉਂ ਲੱਤਾਂ ਸੌਣ ਲੱਗੇ, ਦੱਸੋ ਨਾ, ਉੱਠੋ ਨਾ, ਜਪੋ। ਇੱਥੋਂ ਤੱਕ ਤੁਹਾਡਾ ਜਿਹੜਾ ਗੁਦਾ ਤੱਕ ਨਾ, ਇਹ ਸਰੀਰ ਜਿਹੜਾ ਇਹ ਸੌਂ ਗਿਆ ਵਾ, ਨਾਮ ਜਪਦਿਆਂ ਜਪਦਿਆਂ ਇਹ ਡੈਡ ਹੋ ਗਿਆ ਵਾ। ਤੇ ਤੁਸੀਂ ਕਹਿੰਦੇ ਹੋ ਲੱਤਾਂ ਹੁਣ ਤੇ ਲੱਤਾਂ ਸੌਂ ਗਈਆਂ, ਉੱਠ ਖੜੇ ਜਾਓ, ਹੁਣ ਇਹ ਤੋਂ ਗਾਂਹ ਜਾਣਾ ਵਾ। ਆਤਮਾ ਇਹਦੇ ਵਿੱਚੋਂ, ਪੈਰਾਂ ਤੋਂ ਇਧਰੋਂ ਨਿਕਲ ਕਰਕੇ ਗੁਦਾ ਤੱਕ ਪਹੁੰਚ ਗਈ ਹੈਗੀ ਆ। ਥੱਲੇ ਦੇ ਅੰਗ ਜਿਹੜੇ ਆ, ਇਹ ਆਤਮਾ ਤੋਂ ਬਿਨਾਂ ਹੋ ਗਏ ਹੈਗੇ ਆ। ਜਿਉਂ ਆਤਮਾ ਉੱਥੋਂ ਉੱਪਰ ਚੜ੍ਹਦੀ ਆ, ਇੱਥੇ ਨਾਭੀ ਦੇ ਵਿੱਚ ਆਉਂਦੀ ਆ, ਨਾਭੀ ਤੋਂ ਹਿਰਦੇ ਦੇ ਵਿੱਚ ਆਉਂਦੀ ਆ, ਹਿਰਦੇ ਤੋਂ ਕੰਠ ਦੇ ਵਿੱਚ ਆਉਂਦੀ ਹੈਗੀ ਆ, ਔਰ ਕੰਠ ਦੇ ਵਿੱਚੋਂ ਜ਼ੁਬਾਨ ਤੇ, ਜ਼ੁਬਾਨ ਤੋਂ ਨੱਕ ਦੇ ਵਿੱਚ, ਨੱਕ ਤੋਂ ਅੱਖਾਂ, ਅੱਖਾਂ ਤੋਂ ਗਾ ਅੱਗੇ ਸਤਿਗੁਰੂ ਨੂੰ ਜਾ ਕੇ ਮਿਲਦੀ, ਦਰਵਾਜ਼ਾ ਖੁੱਲ ਜਾਂਦਾ ਹੈਗਾ। ਭਾਈ ਮਤੀ ਦਾ, ਭਾਈ ਸਤੀ ਦਾ, ਭਾਈ ਦਿਆਲਾ 13 ਪਾਠ ਜਪਜੀ ਸਾਹਿਬ ਦੇ ਸਵੇਰੇ ਕਰਕੇ ਤੇ ਫੇਰ ਮੁਖ ਦੇ ਵਿੱਚ ਦਾਣਾ ਜਾਂ ਖਾਣਾ ਪਾਉਂਦੇ ਸੀਗੇ। ਔਰ ਐਸੇ ਐਸੇ ਮਹਾਂਪੁਰਖ ਜਿਨ੍ਹਾਂ ਦਾ ਇਤਿਹਾਸ ਲਿਖਿਆ ਗਿਆ, ਪਰ ਅਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਬਾਬਾ ਦੀਪ ਸਿੰਘ, ਜਿਨ੍ਹਾਂ ਨੇ ਧੌਣ ਤਲੀ ਤੇ ਰੱਖ ਕੇ ਨਾ ਜੰਗ ਕੀਤੀ, ਤਲੀ ਤੇ ਰੱਖ ਕੇ, ਧੌਣ ਕੱਟ ਕੇ ਇੱਥੇ ਰੱਖ ਕੇ ਅੰਮ੍ਰਿਤਸਰ ਤੱਕ ਸੀਸ ਲੈ ਕਰਕੇ ਆਇਆ। ਕਿਹੜੀ ਸ਼ਕਤੀ ਸੀ! 21 ਪਾਠ ਸੁਖਮਨੀ ਸਾਹਿਬ ਦੇ ਭੋਰੇ ਦੇ ਵਿੱਚੋਂ, ਦਮਦਮਾ ਸਾਹਿਬ 21 ਪਾਠ ਸੁਖਮਨੀ ਸਾਹਿਬ ਦੇ ਕਰਕੇ ਫੇਰ ਉੱਠਦੇ ਸੀਗੇ, ਫੇਰ ਕੋ ਖਾਣਾ ਪਾਉਂਦੇ। ਕਿੰਨੇ ਘੰਟੇ ਲੱਗਦੇ ਹੋਣਗੇ? ਇੱਕ ਪਾਠ 1 ਘੰਟੇ 'ਚ ਹੁੰਦਾ, ਇੰਨੇ ਘੰਟੇ ਪਾਠ ਕਰਦੇ ਸੀ। ਔਰ ਇਹ ਸ਼ਕਤੀ ਤਾਂ ਉਹਨਾਂ ਕੋ ਆਈ, ਇਹ ਸ਼ਕਤੀ ਤਾਂ ਆਈ ਆਰਾ ਸਰੀਰ ਦੇ ਵਿੱਚ ਫਰਾਉਣ ਵਾਲੀ। 13 ਪਾਠ ਜਪਜੀ ਸਾਹਿਬ ਦੇ ਕਰਕੇ ਨਾ ਧਿਆਨ, ਉਹ 13 ਘੰਟੇ ਧਿਆਨ ਜਿਹੜਾ ਕਿਤੇ ਹੋਰ ਦੂਏ ਪਾਸੇ ਨਹੀਂ ਜਾਂਦਾ ਸੀ। ਸਿਰਫ ਇੱਕੋ ਚੀਜ਼ ਸੀ, ਗੁਰੂ ਦੇ ਦਰਸ਼ਨ ਕਰਨੇ ਆ ਗਿਆ, ਗੁਰੂ ਦੇ ਦਰਸ਼ਨ ਕਰਨੇ ਆ। ਐਵੇਂ ਨਹੀਂ ਲਿਖ ਦਿੱਤਾ ਗੁਰੂ ਸਾਹਿਬ ਨੇ, ਗੁਰ ਕੇ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਜਦ ਆਰਾ ਫਿਰਨ ਲੱਗਿਆ ਨਾ ਸਰੀਰ ਦੇ ਵਿੱਚ, ਜਲਾਦ ਆਰਾ ਫੇਰਨ ਲੱਗੇ, ਕਹਿੰਦੇ ਕੋਈ ਤੇਰੀ ਆਖਰੀ ਖਾਹਿਸ਼ ਆ ਮਤੀ ਦਾ, ਦੱਸ ਦੇ। ਅਸੀਂ ਆਰਾ ਸ਼ੁਰੂ ਕਰਨ ਲੱਗੇ ਤੇਰੇ ਸਰੀਰ ਦੇ ਵਿੱਚ। ਕਹਿੰਦਾ ਇੱਕ ਖਾਹਿਸ਼ ਆ ਗਿਆ। ਕਹਿੰਦਾ ਕਿਹੜੀ? ਉਹਨੇ ਸੋਚਿਆ ਹੁਣ ਇਹਨੇ ਕਹਿਣਾ ਕਿ ਮੈਨੂੰ ਛੱਡ ਦਿਓ, ਮੈਂ ਇਸਲਾਮ ਕਬੂਲ ਕਰ ਲੈਣਾ। ਕਹਿੰਦੇ ਇੱਕ ਖਾਹਿਸ਼ ਆ। ਉਹ ਕਹਿੰਦੇ ਕਿਹੜੀ? ਫਟਾਫਟ ਪੁੱਛਿਆ, ਕਹਿੰਦੇ ਕਿਹੜੀ? ਕਹਿੰਦਾ ਮੇਰਾ ਮੁੱਖ ਜਿਹੜਾ ਗੁਰੂ ਵੱਲ ਨੂੰ ਕਰ ਦਿਓ। ਉਹ ਕਹਿੰਦੇ ਓਏ ਤੈਨੂੰ ਕੀ ਫਰਕ ਪਏਗਾ? ਇਹ ਸ਼ਬਦ ਉਸ ਵੇਲੇ ਬੋਲਿਆ ਉਹਨੇ, ਜਿਹੜਾ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਸੀ। ਕਹਿੰਦਾ ਗੁਰ ਕੇ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਤੇ। ਗੁਰੂ ਦੇ ਦਰਸ਼ਨ ਹੁੰਦੇ ਰਹਿਣ, ਤੂੰ ਆਰਾ ਫੇਰ ਆਪਣਾ ਕੰਮ ਕਰ, ਤੈਨੂੰ ਮਤਲਬ ਨਹੀਂ ਮੇਰਾ ਮੂੰਹ ਉਧਰ ਕਿਉਂ ਹੋਣ ਲੱਗਾ ਵਾ। ਆਰਾ ਫੇਰਦੇ ਹਨ, ਅੱਧ 'ਚ ਆਰਾ ਆ ਗਿਆ ਤੇ ਨਮਾਜ਼ ਦਾ ਵਕਤ ਹੋ ਗਿਆ। ਗੁਰੂ ਪਿਆਰੇ ਸਾਧ ਸੰਗਤ ਜੀ ਸੁਣੋ, ਸਾਡਾ ਇਤਿਹਾਸ ਕੀ ਹੈਗਾ ਵਾ, ਅਸੀਂ ਕਿਸ ਚੀਜ਼ ਦਾ ਖੱਟਿਆ ਖਾ ਰਹੇ ਹੈਗੇ ਆ। ਅੱਜ ਧਰਤੀ ਐਸ ਅਮਰੀਕਾ 'ਚ ਤੁਰੇ ਫਿਰਦੇ ਆ ਨਾ,
ਕਾਹਦੇ ਕਰਕੇ ਤੁਰੇ ਫਿਰਦੇ, ਕਿਹੜੀ ਆਜ਼ਾਦੀ ਲੈ ਕਰਕੇ ਆਏ ਅਸੀਂ, ਸਾਨੂੰ ਕਹਿੰਦਾ ਆਜ਼ਾਦ ਕਰਾਇਆ ਪਿਆ ਮੁਗਲਾਂ ਦੇ ਕੋਲੋਂ। ਜਦ ਆਰਾ ਇੱਥੇ ਤੱਕ ਆ ਗਿਆ ਨਾ ਤਾਂ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ, ਹੈਰਾਨ ਹੋ ਗਏ ਆਰਾ ਫੇਰਨ ਵਾਲੇ, ਕਹਿੰਦੇ ਹੋਏ ਇਹ ਅੱਧਾ ਚੀਰਿਆ ਗਿਆ, ਇਹ ਫਿਰ ਵੀ ਬੋਲੀ ਜਾਂਦਾ ਹੈਗਾ। ਜਦ ਆਰਾ ਲਿਆ ਕਰਕੇ ਇੱਥੇ ਛੱਡ ਕੇ ਨਮਾਜ਼ ਗੁਜ਼ਾਰਨੀ ਸ਼ੁਰੂ ਕਰ ਦਿੱਤੀ, ਨਮਾਜ਼ ਕਰਕੇ ਮੁੜ ਕੇ ਆਏ ਨਾ ਤੇ ਆਰਾ ਠੰਡਾ ਹੋ ਗਿਆ ਨਾ ਸਰੀਰ ਦੇ ਵਿੱਚ। ਜਦੋਂ ਫੇਰਨ ਲੱਗੇ ਨਾ ਜ਼ੋਰ ਲੱਗਿਆ। ਮਤੀ ਦਾ ਕਹਿੰਦਾ ਜਲਾਦੋ ਤੁਹਾਡਾ ਆਰਾ ਖੁੰਡਾ ਹੋ ਗਿਆ ਵਾ, ਤੁਸੀਂ ਆਪਣੇ ਆਰੇ ਦੇ ਦੰਦੇ ਤਿੱਖੇ ਕਰ ਲਓ ਤੇ ਮੈਂ ਆਪਣਾ ਮਨ ਤਿੱਖਾ ਕਰ ਲਵਾਂ। ਇੱਕ ਜਰਾ ਕਹਿੰਦਾ ਕਿਹੜੀ ਮਿੱਟੀ ਦਾ ਬੰਦਾ ਬਣਿਆ ਇਹ, ਸਰੀਰ ਸਾਡੇ ਵਰਗਾ ਪਿਆ, ਇਹ ਬੋਲ ਰਿਹਾ ਵਾ ਸਾਨੂੰ ਕਹਿੰਦਾ ਆਰੇ ਦੇ ਦੰਦੇ ਤਿੱਖੇ ਕਰ ਲਓ। ਉਹ ਕਹਿੰਦੇ ਵੀ ਆਰੇ ਦੇ ਦੰਦੇ ਤਿੱਖੇ ਕਰੀਏ ਜਾਂ ਨਾ ਕਰੀਏ, ਤੈਨੂੰ ਕੀ ਫਰਕ ਪੈਂਦਾ, ਤੈਨੂੰ ਤਾਂ ਹੀ ਕੱਟਣਾ ਵਾ। ਉਹ ਕਹਿੰਦਾ ਮੈਨੂੰ ਫਿਕਰ ਆ, ਮੈਨੂੰ ਦੁੱਖ ਲੱਗਦਾ, ਤੁਹਾਡਾ ਜ਼ੋਰ ਲੱਗਦਾ ਵੀ ਆਰੇ ਦੇ ਦੰਦੇ ਖੁੰਡੇ ਹੋ ਗਏ, ਤੁਸੀਂ ਆਰੇ ਦੇ ਦੰਦੇ ਤਿੱਖੇ ਕਰ ਲਓ, ਮੈਂ ਆਪਣਾ ਮਨ ਤਿੱਖਾ ਕਰਨਾ। ਕਹਿੰਦੇ ਅਸੀਂ ਤਾਂ ਆਰੇ ਦੇ ਦੰਦੇ ਜਿਹੜੇ ਆ ਨਾ ਉਹ 4 ਇੰਚ ਟਕੋਰਾ ਲੈ ਕਰਕੇ ਨਾ ਤਿੱਖੇ ਕਰ ਲਵਾਂਗੇ, ਲੋਹੇ ਦਾ ਟਕੋਰਾ ਲੈ ਕੇ ਤਿੱਖੇ ਕਰਾਂਗੇ। ਉਹ ਗੁਰਸਿੱਖਾ ਤੂੰ ਆਪਣਾ ਮਨ ਕਹਿੰਦਾ ਜੇ ਤੁਹਾਡੇ ਆਰੇ ਦੇ ਦੰਦੇ 4 ਇੰਚ ਟਕੋਰੇ ਨਾ ਤਿੱਖੇ ਹੋ ਸਕਦੇ ਆ, ਔਰ ਇੱਕ ਗੁਰਸਿੱਖ ਦਾ ਮਨ ਜਿਹੜਾ ਗੁਰੂ ਦੇ ਸ਼ਬਦ ਨਾਲ ਤਿੱਖਾ ਹੋ ਸਕਦਾ ਵਾ, ਮੈਂ ਗੁਰੂ ਦਾ ਸ਼ਬਦ ਜਪਾਂਗਾ। ਹੈਰਾਨ ਹੋ ਗਿਆ। ਆਰਾ ਫੇਰਦੇ ਫੇਰਦੇ ਜਲਾਦ ਜਦੋਂ 2 ਫਾੜ ਹੋਏ ਨਾ ਤਾਂ ਇੱਕ ਪਾਸੇ ਆਵਾਜ਼ ਆਉਂਦੀ ਆ, ਜਿੰਨੀ ਨਾਮ ਤੇ ਆਇਆ, ਦੂਜੇ ਪਾਸੇ ਗਏ ਮਸਕਤ ਕਾਲ। ਉਹਦਾ ਆਵਾਜ਼ ਉਹਦੀ ਨਾਨਕ ਤੇ ਮੁਖ ਉਜਲੇ, ਦੂਜੇ ਪਾਸੇ ਆਵਾਜ਼ ਕੀਤੀ ਛੁੱਟੀ ਨਾ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਕਾਲ ਦੇ ਪੰਜੇ ਤੋਂ ਮੁਕਤ ਹੋ ਗਏ ਜਿਨ੍ਹਾਂ ਨੇ ਨਾਮ ਜਪਿਆ। ਮੈਂ ਛੋਟੀ ਜਿਹੀ ਇੱਕ ਜ਼ਿਕਰ ਕਰਨ ਲੱਗਾ ਵਾ, ਹੋਰ ਹੋ ਸਕਦਾ ਤੁਹਾਨੂੰ ਉਹ ਚੀਜ਼ ਚੰਗੀ ਨਾ ਲੱਗੇ, ਪਰ ਤੁਸੀਂ ਮੈਨੂੰ ਸਵਾਲ ਕਰ ਸਕਦੇ, ਅਸੀਂ ਕੋਈ ਗੱਲ ਨਹੀਂ। ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਇਸ ਮੂਲ ਮੰਤਰ ਦਾ, ਜਪਜੀ ਸਾਹਿਬ ਦਾ ਸਾਰਾ ਹਵਾਲਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਿੱਤਾ ਹੈ। ਸਭ ਤੋਂ ਪਹਿਲਾਂ ਪਰਮਾਤਮਾ ਦਾ ਜੋ ਉਹਨਾਂ ਨੇ ਅਕਾਲ ਪੁਰਖ ਨੂੰ ਬਿਆਨ ਕੀਤਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਬੰਗ। ਅੱਗੇ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਮੂਲ ਮੰਤਰ ਬਾਣੀ ਦਾ ਸਭ ਤੋਂ ਪਹਿਲੀ ਫਾਊਂਡੇਸ਼ਨ। ਜਿਹਦਾ ਮਕਾਨ ਦੀ ਫਾਊਂਡੇਸ਼ਨ ਰੱਖੀ ਹੈ ਨਾ, ਬੜੀ ਪੱਕੀ ਰੱਖਣੀ ਪੈਂਦੀ ਹੈਗੀ ਆ, ਕਿਉਂਕਿ ਮਕਾਨ ਸਦੀ ਤੱਕ ਰਹਿਣਾ ਹੁੰਦਾ। ਗੁਰੂ ਗ੍ਰੰਥ ਸਾਹਿਬ ਦਾ ਮੂਲ ਮੰਤਰ ਜਿਹੜਾ ਇਹ ਫਾਊਂਡੇਸ਼ਨ ਹੈ। ਮੈਂ ਜ਼ਿੰਦਗੀ ਦੇ ਪ੍ਰੈਕਟੀਕਲ 'ਚੋਂ ਗੁਰੂ ਪਿਆਰੇ ਸਾਧ ਸੰਗਤ ਜੀ ਤੁਹਾਨੂੰ ਦੱਸਦਾ, ਜਿੱਦਣ ਤੁਸੀਂ ਮੂਲ ਮੰਤਰ ਦਾ ਪਾਠ ਕਰਦੇ ਕਰਦੇ ਉਸ ਲਿੰਕ ਤੇ ਪਹੁੰਚ ਜਾਓਗੇ, ਉਸ ਲਿੰਕ ਤੇ ਪਹੁੰਚ ਜਾਓਗੇ, ਤੁਹਾਡੇ ਟੈਲੀਫੋਨ ਦੇ ਵਿੱਚ ਨਾ ਇੱਕ ਪਾਸਕੋਡ ਹੁੰਦਾ ਵਾ। ਜਦ ਤੱਕ ਪੂਰੇ ਨੰਬਰ ਨਹੀਂ ਨਾ ਮਿਲਦੇ ਉਹਨਾਂ ਚਿਰ ਤੁਹਾਡਾ ਟੈਲੀਫੋਨ ਖੁੱਲ੍ਹਦਾ ਨਹੀਂ ਹੈਗਾ। ਤੇ ਤੁਸੀਂ ਰੱਬ ਨੂੰ ਮਿਲਣ ਵਾਸਤੇ ਆਹ ਜਿਹੜਾ ਇੱਥੇ ਕਹਿੰਦੇ ਸਾਡਾ 10ਵਾਂ ਦੁਆਰ ਖੁੱਲ੍ਹ ਜਾ, ਕਿੱਦਾਂ ਖੋਲੋਗੇ? ਤੁਹਾਡੇ ਪਾਸਪੋਰਟ ਹਾਲੇ ਪਹੁੰਚੇ ਹੀ ਨਹੀਂ ਹੈਗੇ ਉੱਥੋਂ ਤੱਕ ਜਿੱਥੋਂ ਤੱਕ ਪਹੁੰਚਣੇ ਚਾਹੀਦੇ ਹੈਗੇ। ਉੱਥੋਂ ਤੱਕ ਤੁਸੀਂ ਸਿਮਰਨ ਕਰਕੇ ਪਹੁੰਚੇ ਹੀ ਨਹੀਂ ਹੈਗੇ, ਤੁਸੀਂ ਪਿੱਛੇ ਪਿੱਛੇ ਰਹਿ ਜਾਂਦੇ। ਸਿਮਰਨ ਕਰਦੇ ਤੁਹਾਡਾ ਸਰੀਰ ਸੌਂਦਾ, ਤੁਸੀਂ ਉਦੋਂ ਹੀ ਉੱਠ ਖੜੋਂਦੇ ਹੈਗੇ। ਉੱਪਰ ਚਲੋ, ਪਹੁੰਚੋ ਇੱਥੇ ਤੱਕ। ਆਤਮਾ ਦੇ ਨਾਲ ਸ਼ਕਤੀਆਂ ਤੁਰ ਰਹੀਆਂ ਹੈਗੀਆਂ। ਜਦ ਤੁਸੀਂ ਸਿਮਰਨ ਕਰਦੇ ਹੋ ਨਾ, ਪੈਰਾਂ ਦੀਆਂ ਤਲੀਆਂ ਦੇ ਵਿੱਚੋਂ 6 ਸ਼ਾਸਤਰ ਆਤਮਾ ਦੇ ਨਾਲ ਤੁਰਦੇ ਹੈਗੇ ਆ। 6 ਸ਼ਾਸਤਰ, ਔਰ ਸ਼ਾਸਤਰ ਆਤਮਾ ਦੇ ਨਾਲ ਗੋਦਾ ਤੱਕ ਪਹੁੰਚਦੇ ਆ, ਜਿੱਥੇ ਸਾਰੀ ਤਾਕਤ ਹਨੂਮਾਨ ਦੇ ਕੰਟਰੋਲ ਸੀਗੀ। ਗਣੇਸ਼ ਦੀ ਪਾਵਰ ਜਿਹੜੀ ਹੈਗੀ ਆ, ਇਹ ਗੋਦਾ ਦੇ ਵਿੱਚ ਪਾਵਰ ਸਾਰੀ ਸੀ। ਇੱਥੇ ਪਹੁੰਚ ਜਾਂਦੇ ਹੈਗੇ ਆ। ਸ਼ਾਸਤਰ ਵਾਪਸ ਮੁੜ ਜਾਂਦੇ ਆ, ਫਿਰ ਇਹ ਗੋਦਾ ਦੀ ਪਾਵਰ ਨਾਭੀ ਤੱਕ ਲੈ ਕੇ ਆਉਂਦੀ, ਜਿੱਥੇ ਵਿਸ਼ਨੂੰ ਭਗਵਾਨ ਦਾ ਵਾਸ ਹੈ, ਜਿੱਥੇ ਬੱਚੇ ਦੀ ਪਰਵਰਿਸ਼ ਹੁੰਦੀ ਹੈਗੀ ਆ, ਜਿੱਥੋਂ ਬੱਚੇ ਨੂੰ ਸਾਰੀ ਖੁਰਾਕ ਮਿਲਦੀ ਨਾਭੀ ਤੋਂ, ਮਾਂ ਦੀ ਨਾਭੀ ਤੋਂ ਬੱਚੇ ਨੂੰ ਖੁਰਾਕ, ਬੱਚੇ ਦੇ ਨਾਭੀ ਲੱਗੀ ਹੁੰਦੀ ਨਾ, ਸਾਰੀ ਖੁਰਾਕ ਮਿਲਦੀ ਪਈ ਆ। ਇੱਥੋਂ ਵਿਸ਼ਨੂੰ ਤਾਕਤ ਲੈ ਕਰਕੇ ਬ੍ਰਹਮਾ ਦੇ ਦੇਸ਼ 'ਚ ਛੱਡ ਕੇ ਚੱਲ ਜਾਂਦੀ ਹੈਗੀ ਆ। ਬ੍ਰਹਮਾ ਅੱਗੋਂ ਅਸ਼ਟਭੁਜੀ ਸ਼ਕਤੀ, ਜਿਹਨੂੰ ਤੁਸੀਂ ਵੈਸ਼ਨਵ ਮਾਤਾ ਵੀ ਕਹਿੰਦੇ ਹੋ, ਅਸ਼ਟਭੁਜੀ ਸ਼ਕਤੀ ਆਖਿਆ ਜਾਂਦਾ, ਉਹ ਇੱਥੇ ਕੰਠ ਦੇ ਵਿੱਚ ਆ ਜਾਂਦੀ ਆ।
ਆਵਾਜ਼ ਉਹਦੀ ਸ਼ਕਤੀ ਦੇ ਨਾਲ ਸਾਡੇ ਵਿੱਚੋਂ ਨਿਕਲਦੀ ਹੈਗੀ ਆ। ਜੇ ਉਹ ਸ਼ਕਤੀ ਨਾ ਹੋਵੇ ਸਾਡੀ ਆਵਾਜ਼ ਸਾਊਂਡ ਕਦੇ ਨਹੀਂ ਬਣ ਸਕਦੀ ਹੈਗੀ। ਇੱਥੇ ਤੱਕ ਜ਼ਬਾਨ ਤੋਂ ਇੱਥੋਂ ਤੱਕ ਇੰਨੀਆਂ, ਜਿੱਦਾਂ ਸਤਾਰ ਨੂੰ ਢੋਲ ਜਿਹਾ ਪਾਇਆ ਹੁੰਦਾ ਨਾ, ਆ ਸਾਡਾ ਉਹ ਢੋਲ ਆ, ਸਤਾਰ ਦਾ ਜਿਹੜਾ ਢੋਲ ਹੁੰਦਾ ਨਾ, ਤਾਰਾਂ ਇੱਥੋਂ ਤੱਕ ਸਾਡੇ ਬੈਕਗਰਾਊਂਡ ਤੋਂ ਹੁੰਦੀਆਂ ਹੋਈਆਂ ਨਾ, ਇੱਥੇ ਤੱਕ ਆਉਂਦੀਆਂ, ਨਾਭੀ ਨਾਲ ਜੁੜੀਆਂ ਹੈਗੀਆਂ। ਔਰ ਬ੍ਰੇਨ ਇੰਨੀ ਤੇਜ਼ੀ ਨਾਲ ਮੈਸੇਜ ਕਰਦਾ ਵਾ, ਔਰ ਸਾਡੇ ਆ ਜਿਹੜੇ ਅੰਗ ਹੈਗੇ ਫਟਾਫਟ ਇਹ ਕੰਮ ਕਰਦੇ ਹੈਗੇ ਆ। ਮੈਸੇਜ ਪਿੱਛੋਂ ਹੁੰਦਾ ਵਾ, ਔਰ ਆਵਾਜ਼ ਸਾਡੇ ਕੰਨਾਂ 'ਚੋਂ ਸੁਣਦੀ ਹੈਗੀ ਆ, ਨਿਕਲਦੀ ਮੂੰਹ ਥਾਣੀਆਂ। ਕੰਨਾਂ ਥਾਣੀ ਆਵਾਜ਼ ਨਹੀਂ ਨਿਕਲਦੀ ਹੈਗੀ, ਸੁਣਦੀ ਕੰਨਾਂ ਥਾਣੀ, ਬਾਹਰੋਂ ਕੰਨਾਂ ਥਾਣੀ ਪੈਂਦੀ ਆ, ਨਿਕਲਦੀ ਮੂੰਹ ਥਾਣੀ। ਤੁਸੀਂ ਕੁਦਰਤ ਦੀਆਂ ਕਦੇ ਇਹਨਾਂ ਗੱਲਾਂ ਦੇ ਉੱਤੇ ਧਿਆਨ ਦਿੱਤਾ ਕਿ ਕਾਦਰ ਨੇ ਸਾਨੂੰ ਬਣਾਉਣ ਲੱਗਿਆ ਕਿੰਨੀ ਸੂਝ-ਬੂਝ ਤੋਂ ਕੰਮ ਲਿਆ ਵਾ, ਔਰ ਕਿੱਦਾਂ ਦੀ ਸਾਡੀ ਚੀਜ਼ ਬਣਾਈ ਹੈਗੀ। ਇਹ ਭਾਂਡਾ ਕਿੱਦਾਂ ਤਿਆਰ ਕੀਤਾ ਉਹਨੇ, ਫਿਰ ਇਹਦੇ ਵਿੱਚ ਆਪਣੀ ਤਾਕਤ ਪਾਈ ਉਹਨੇ, ਬਰਤਨ ਬਣਾ ਕਰਕੇ ਚ ਤਾਕਤ ਪਾਈ, ਇੰਜਣ ਬਣਾ। ਮੈਂ ਪਹਿਲਾਂ ਬੋਡੀ ਬਣਾਤੀ, ਫਿਰ ਉਹਦੇ 'ਚ ਇੰਜਣ ਰੱਖ ਦਿੱਤਾ। ਉਹ ਪੂਰੀ ਗੱਡੀ ਨੂੰ ਜਿੰਨਾ ਮਰਜ਼ੀ ਲੋਡ ਹੋਵੇ ਖਿੱਚ ਕੇ ਲੈ ਜਾਂਦਾ, ਪਰ ਇੰਜਣ ਕੁਛ ਨਹੀਂ ਕਰ ਸਕਦਾ ਜੇ ਸਟੀਅਰਿੰਗ ਕਿਸੇ ਪੁੱਠੇ ਪਾਸੇ ਨੂੰ ਚੱਲ ਗਿਆ ਨਾ, ਲੈ ਕੇ ਟੋਏ 'ਚ ਜਾ ਕੇ ਸੁੱਟ ਦੇਗਾ। ਇਹ ਮਨ ਸਾਡੀ ਬੋਡੀ ਦਾ ਸਟੀਅਰਿੰਗ ਆ। ਅਸੀਂ ਮਨ ਜਿੱਧਰਲੇ ਪਾਸੇ ਨੂੰ ਸਾਨੂੰ ਤੋਰਦਾ, ਇਹ ਲੱਤਾਂ ਉਧਰ ਨੂੰ ਤੋਰ ਲੈਂਦਾ, ਮਨ ਤੋਰਦਾ ਵਾ। ਉਹ ਹੱਥ ਸਾਥ ਦਿੰਦੇ, ਅੱਖਾਂ ਸਾਥ ਦਿੰਦੀਆਂ, ਸਾਡੀਆਂ ਇੰਦਰੀਆਂ ਸਾਥ ਦਿੰਦੀਆਂ ਮਨ ਦਾ, ਔਰ ਅਸੀਂ ਉਹ ਕਰੀ ਜਾਂਦੇ ਹੈਗੇ ਆ। ਆਤਮਾ ਦੇ ਨਾਲ ਸੱਚ, ਸਰਵਦਾ, ਭਲਾ, ਸਾਧੂ ਸੰਗਤ, ਇਹ ਪੰਜ ਆਤਮਾ ਦੇ ਆ। ਲੇਕਿਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਮਨ ਦੇ ਸਾਥੀ ਹੈਗੇ ਆ। ਔਰ ਮਨ ਕਿੱਦਾਂ ਕਾਬੂ ਕਰਨਾ ਵਾ? ਮਹਾਰਾਜ ਕਹਿੰਦੇ ਮਨ ਵਸ ਆਵੇ ਨਾਨਕਾ ਜੇ ਸਤਿਗੁਰ ਨਦਰ ਕਰੇ। ਦਾਤਾ ਕਿਤੇ ਦਿਆਲ ਹੋ ਜਾਏ ਸਾਡੇ ਤੇ ਨਾ, ਤੇ ਸਾਨੂੰ ਕਿਸੇ ਸੰਤ ਮਹਾਤਮਾ ਕੋ ਭੇਜ ਦੇਗਾ। ਜਿਸ ਨਾਮ ਦੀ ਮਹਿਮਾ ਬਿਆਨ ਕੀਤੀ ਨਾ, ਗੱਲ ਕਰ ਰਹੇ ਸੀ ਨਾਮ ਦੀ, ਕਿ ਨਾਮ ਕਿੱਥੋਂ ਮਿਲਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਹੈਗੇ ਆ, ਨਾਮ ਅਮੋਲਕ ਰਤਨ ਹੈ। ਰਤਨ ਹੁੰਦਾ ਹੀਰਾ, ਬਹੁਤ ਕੀਮਤੀ ਹੀਰਾ ਹੈ ਨਾਮ। ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ, ਪੂਰਨ ਪੁਰਖ ਦਾ ਖਜ਼ਾਨਾ ਵਾ, ਦੁੱਕੀ ਤਿੱਕੀ ਦਾ ਨਹੀਂ। ਇਹ ਫੁੱਲੀਆਂ ਪਤਾਸੇ ਨਹੀਂ ਜਿਹੜਾ ਦੁਕਾਨ ਤੋਂ ਜਾ ਕੇ ਚੱਕ ਲਿਆਂਦੇ। ਬਹੁਤੇ ਬੰਦੇ ਪਤਾ ਆ ਸਾਨੂੰ ਵੀ ਨਾਮ, ਇਹ ਗੁਰੂ ਨਾਨਕ ਦੇ ਬਾਪ ਨੇ ਆਲਾ ਸੀ ਮਖੌਲ ਦੇ ਨਾਲ। ਪਿਤਾ ਕਾਲੂ ਨੇ ਗੁਰੂ ਨਾਨਕ ਨੂੰ ਕਹਿ ਬੈਠੇ, ਉਹ ਨਾਨਕਾ ਆ ਜਿਹੜਾ ਨਾਮ ਸ਼ਾਮ ਤੂੰ ਲੋਕਾਂ ਨੂੰ ਦਿੰਦਾ ਹੈਗਾ, ਮੈਨੂੰ ਵੀ ਦੇ ਦੇ। ਗੁਰੂ ਨਾਨਕ ਨੂੰ ਥੋੜ੍ਹੀ ਜਿਹੀ ਤੰਜ ਲੱਗੀ ਕਿ ਇਹ ਬਾਪੂ ਨੂੰ ਹਾਲੇ ਤੱਕ ਨਾਮ ਦਾ ਹੀ ਨਹੀਂ ਪਤਾ ਕੀ ਤਾਕਤ ਹੈਗੀ ਆ। ਕਹਿੰਦਾ ਬਾਪੂ ਮੈਂ ਤੈਨੂੰ ਨਾਮ ਸ਼ਾਮ ਤਾਂ ਦੇ ਦਾਂ, ਪਰ ਇੱਕ ਗੱਲ ਦਾ ਜਵਾਬ ਦੇਵੋਗੇ? ਕਹਿੰਦੇ ਹਾਂ। ਕਹਿੰਦੇ ਇੱਕ ਬਰਫ਼ ਦਾ ਡਲਾ ਜਿਹੜਾ ਹੈਗਾ, ਬਰਫ਼ ਦਾ ਡਲਾ ਜੇ ਉਹ ਠੰਡੇ ਪਾਣੀ ਦੇ ਵਿੱਚ ਪਾਇਆ ਤਾਂ ਕੀ ਹੁੰਦਾ? ਕਹਿੰਦਾ ਉਹ ਪਾਣੀ ਠੰਡਾ ਹੋ ਜਾਏਗਾ, ਕਿਸੇ ਦੇ ਪੀਣ ਦੇ ਕੰਮ ਆਏਗਾ। ਤੇ ਬਾਪੂ ਉਹੀ ਬਰਫ਼ ਦਾ ਡਲਾ ਜੇ ਗੰਦੇ ਪਾਣੀ ਦੇ ਵਿੱਚ, ਕਹਿੰਦਾ ਤੂੰ ਪਾਗਲ ਹੈ, ਬਰਫ਼ ਦਾ ਡਲਾ ਵੀ ਖਰਾਬ ਹੋ ਜਾਏਗਾ। ਕਹਿੰਦੇ ਬਾਪੂ ਹਾਲੇ ਭਾਂਡਾ ਗੰਦਾ ਹੈਗਾ, ਹਾਲੇ ਨਾਮ ਸ਼ਾਮ ਪਾਉਣ ਦੇ ਕਾਬਲ ਨਹੀਂ ਹੋਇਆ, ਪਹਿਲਾਂ ਭਾਂਡਾ ਸਾਫ਼ ਕਰ ਲਓ। ਤੇਰੇ ਦਿਮਾਗ 'ਚ ਤਾਂ ਹਾਲੇ ਤੱਕ 20 ਰੁਪਈਏ ਨਹੀਂ ਨਿਕਲੇ ਹੈਗੇ, ਸਾਰੀ ਉਮਰ 20 ਰੁਪਈਏ ਨਹੀਂ ਨਿਕਲਣੇ ਹੈਗੇ। ਹਾਏ ਨਾਨਕ 20 ਰੁਪਈਏ ਖਰਾਬ ਕਰਿਆ, ਪਹਿਲਾਂ ਉਹ ਕੱਢ ਲਾ, ਫਿਰ ਨਾਮ ਸ਼ਾਮ ਪਾ ਦਾਂਗੇ। ਇਹ ਗੁਰੂ ਨਾਨਕ ਨੇ ਗੱਲ ਆਪਣੇ ਬਾਪ ਨੂੰ ਆਖੀ। ਤੇਰਾ ਤਾਂ ਹਾਲੇ ਮਨ ਲਾਲਚੀ ਹੈਗਾ ਵਾ, 20 ਰੁਪਈਏ ਨਹੀਂ ਭੁੱਲ ਪਾਇਆ ਤੂੰ, ਤੇ ਉਹ 20 ਰੁਪਈਆਂ ਦਾ ਅਰਬਾਂ ਖਰਬਾਂ ਦੇ ਨਾਲ ਵਪਾਰ ਤੇਰਾ ਚੱਲਦਾ ਦੁਨੀਆ ਦੇ ਨਾਲ। ਇੰਨੀ ਦੁਨੀਆ ਲੰਗਰ ਛਕਦੀ ਹੈ ਗੁਰੂ ਨਾਨਕ ਦੇ ਚਲਾਏ ਲੰਗਰ ਨੂੰ, ਕਦੀ ਦੁਨੀਆ 'ਚ ਤੋਟ ਹੀ ਨਹੀਂ ਆਏ। ਕਦੀ ਕਿਸੇ ਨੇ ਪੁੱਛਿਆ ਗੁਰੂ ਘਰ ਦੇ ਵਿੱਚ ਕਿ ਇਹ ਕਿਹੜੀ ਜਾਤ ਦਾ ਬੰਦਾ ਲੰਗਰ ਛਕਣ ਆ ਬੈਠਾ ਵਾ, ਇਹ ਮੋਨਾ ਕਿਉਂ ਆ ਗਿਆ, ਫਲਾਣਾ ਕਿਉਂ ਆ ਗਿਆ? ਦੇਖਿਆ ਵਾ ਕਰੋੜਾਂ ਦੀ ਤਾਦਾਦ ਦੇ ਵਿੱਚ ਗੁਰੂ ਘਰਾਂ 'ਚ ਲੰਗਰ ਛਕਿਆ ਜਾਂਦਾ, ਕੋਈ ਪੁੱਛਦਾ ਨਹੀਂ ਹੈਗਾ। ਇਹ ਤੇ ਜਾਤ ਪਾਤ ਗੁਰੂ ਘਰ ਦੇ ਵਿੱਚ ਖਤਮ ਕਰ ਦਿੱਤੀ। ਅਸੀਂ ਲੋਕਾਂ ਨੂੰ ਫਿਰ ਦੁਬਾਰਾ ਇਹ ਚੀਜ਼ ਖੜੀ ਕਰ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਨਾ, ਜਿੰਨੇ ਵੀ ਅਸੀਂ ਮੰਨਣ ਵਾਲੇ ਹੈਗੇ ਆ, ਗੁਰਦੁਆਰੇ ਵੱਖਰੇ ਬਣ, ਇਹ ਰਮਦਾਸੀਆਂ ਦਾ ਗੁਰਦੁਆਰਾ, ਇਹ ਭਾਟੜਿਆਂ ਦਾ ਗੁਰਦੁਆਰਾ, ਇਹ ਰਾਮਗੜੀਆਂ ਦਾ ਗੁਰਦੁਆਰਾ, ਇਹ ਸੈਣੀਆਂ ਦਾ ਗੁਰਦੁਆਰਾ, ਇਹ ਲਬਾਣਿਆਂ ਦਾ ਗੁਰਦੁਆਰਾ, ਇਹ ਸਿੰਘਾਂ ਦਾ ਗੁਰਦੁਆਰਾ। ਕਿਆ ਬਾਤ ਹੈ। ਔਰ ਗੁਰੂ ਗ੍ਰੰਥ ਸਾਹਿਬ ਇੱਕ ਆ। ਲਾਨਤ ਆ ਸਾਡੇ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਹੋ ਕਰਕੇ ਉਹਨੇ ਸਾਨੂੰ ਇੱਕ ਬਣਾਇਆ। ਕਬੀਰ ਸਾਹਿਬ ਨੇ ਸਾਨੂੰ ਕਾਦਰ ਦੇ ਬੰਦੇ ਕਿਹਾ, ਕੁਦਰਤ ਦੇ ਬੰਦੇ ਕਿਹਾ, ਤਾਂ ਅਸੀਂ ਜਾਤਾਂ ਪਾਤਾਂ ਦੇ ਵਿੱਚ ਫਸ ਗਏ। ਤਾਂ ਫਿਰ ਮਹਾਰਾਜ ਨੇ ਗਿਆਨ ਦੇਣ ਵਾਸਤੇ ਫਿਰ ਇਹ ਗੱਲ ਕਹੀ, ਓਏ ਬੰਦੇ ਬਣੋ ਜਾਤ ਅਜਾਤ ਜਪੇ ਜਨ ਕੋਈ, ਜੋ ਜਪੇ ਤਿਸ ਕੀ ਗਤ। ਜਾਤਾਂ ਪਾਤਾਂ ਤੋਂ ਉੱਪਰ ਉੱਠ, ਜਿਸ ਨੀਚ ਕੋ ਨਾ ਜਾਣੇ, ਨਾਮ ਜਪਤ ਚੌਂ ਕੁੰਟਾ ਮਾਨੇ।
4 ਕੁੰਟਾਂ 7 ਲੋਕ ਲੱਖ ਲੋਕ ਅਗੰਮ ਤੇ ਹੱਕ ਦੇ ਵਿੱਚ ਉਹਦਾ ਨਾਮ ਚਲਾ ਗਿਆ ਵਾ। ਭਗਤ ਰਵਿਦਾਸ ਮਹਾਰਾਜ ਦਾ, ਕਬੀਰ ਸਾਹਿਬ ਦਾ, ਧੰਨੇ ਭਗਤ ਦਾ, ਭਗਤ ਬੇਣੀ ਦਾ, ਨਾਮਦੇਵ ਦਾ, ਜੈਦੇਵ ਸਭ ਤੋਂ ਪਹਿਲੇ ਭਗਤ ਹੋਏ ਆ ਜਿਨ੍ਹਾਂ ਨੇ ਪਹਿਲਾ ਇੱਕ ਸ਼ਬਦ ਬਾਣੀ ਦਾ ਲਿਖਿਆ। ਸਭ ਤੋਂ ਪਹਿਲੇ ਭਗਤ ਬਾਣੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨਾਂ ਦਾ ਇੱਕ ਸ਼ਬਦ ਹੈਗਾ। ਉਹਦੇ ਬਾਅਦ ਨਾਮਦੇਵ ਨੇ ਬਾਣੀ, ਫਿਰ ਕਬੀਰ ਸਾਹਿਬ ਦੀ ਬਾਣੀ ਔਰ ਭਗਤ ਰਵਿਦਾਸ ਮਹਾਰਾਜ ਦੀ ਬਾਣੀ, 15 ਭਗਤਾਂ ਦੀ ਬਾਣੀ, 12 ਭੱਟਾਂ ਦੀ ਬਾਣੀ, ਪੂਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖ ਕਰਕੇ 6 ਗੁਰੂਆਂ ਦੀ ਬਾਣੀ ਆ ਜਾਂਦੀ ਹੈ। ਐਡਾ ਸਰੂਪ ਤਿਆਰ ਕੀਤਾ। ਉਸ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਸੀਸ ਦਾ ਤਾਜ ਦੇ ਕੇ, ਪਾਣੀ ਦਾ ਛਿੱਟਾ ਦੇ ਕੇ ਉੱਤੇ ਚੌਰ ਕਰਦਿਆਂ ਜਦੋਂ ਪ੍ਰਕਾਸ਼ ਕੀਤਾ ਤਾਂ ਅਸੀਂ ਲੋਕਾਂ ਨੇ, ਚੌਧਰੀਆਂ ਨੇ, ਅਸੀਂ ਪਿੰਡਾਂ ਦੀਆਂ ਰੂੜੀਆਂ ਦੇ ਉੱਤੇ ਉਸ ਗੁਰੂ ਗ੍ਰੰਥ ਸਾਹਿਬ ਦਾ ਹਾਲ ਕੀਤਾ ਵੈ। ਇਹ ਹਾਲ ਹੈ ਸਾਡੇ ਸਿੱਖਾਂ ਦਾ। ਅਸੀਂ ਸਿੰਘ ਕਹਾਉਂਦੇ ਹੈਗੇ, ਪਾਵਰਫੁਲ ਸਿੰਘ, ਜੋ ਮਰਜ਼ੀ ਕਰ ਸਕਦੇ ਹਾਂ ਅਸੀਂ। ਐ ਬੰਦਾ ਤਾਂ ਕੀ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਰੋਲ ਸਕਦੇ ਹਾਂ। ਇੱਦਾਂ ਦੇ ਬੰਦੇ ਉਹ ਵੀ ਕਹਿੰਦੇ ਅਸੀਂ ਗੁਰੂ ਦੇ ਸਿੰਘ ਹੈਗੇ ਆ। ਗੁਰੂ ਦਾ ਸਿੰਘ ਇੱਦਾਂ ਦਾ ਨਹੀਂ ਹੋ ਸਕਦਾ। ਸਿੰਘ ਤਾਂ ਜਾਨ ਦੇ ਦੇਗਾ ਗੁਰੂ ਦੀ ਖਾਤਰ। ਔਰ ਉਹ ਮਤੀ ਦਾ ਸਤੀ ਦਾ ਸਿੰਘ ਨਹੀਂ ਸੀਗੇ, ਦਾਸ ਸੀ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਖਾਤਰ ਆਪਣਾ ਸਰੀਰ ਫਾੜ ਕਰਾ ਕੇ ਔਰ ਦੇਗ ਦੇ ਵਿੱਚ ਉਬਲ ਕੇ ਆਪਣੇ ਹੱਡੀਆਂ ਦਾ ਮਾਸ ਇੱਦਾਂ ਜੁਦਾ ਕਰਦਾ ਜਿੱਦਾਂ ਕੋਈ ਸਵਾਣੀ ਕਿਚਨ ਦੇ ਵਿੱਚ ਨਾ ਆਲੂ ਗੈਸ ਦੇ ਉੱਤੇ ਰੱਖ ਕੇ ਨਾ ਪੂਰੀ ਛਿੱਲ ਲਾ ਕੇ ਰੱਖ ਦਿੰਦੀ, ਆਲੂਆਂ ਦੇ ਉੱਤੇ ਉਬਾਲ ਕੇ। ਇੱਦਾਂ ਆਪਣੇ ਸਰੀਰ ਤੋਂ ਨਾ ਮਾਸ ਛਿੱਲ ਲਾ ਕੇ ਰੱਖ ਦਿੱਤੀ ਭਾਈ ਦਿਆਲੇ ਨੇ। ਸਤੀ ਦਾਸ ਨੇ ਰੂਹ ਦੇ ਵਿੱਚ ਲਪੇਟ ਕੇ ਆਪਣੇ ਸਰੀਰ ਦਾ ਕਬਾਬ ਬਣਾਤਾ ਆਪਣੇ ਗੁਰੂ ਦੀ ਖਾਤਰ। ਅਸੀਂ ਕੀ ਕਰਦੇ ਲੋਕ ਆਪਣੇ ਗੁਰੂ ਦੀ ਖਾਤਰ? ਗਲੀਆਂ ਨਾਲੀਆਂ 'ਚ ਰੁਲ ਗਿਆ ਸਾਡਾ ਗੁਰੂ, ਤਾਂ ਸਾਡੇ ਲਾਹਨਤ ਹੈ, ਸਾਨੂੰ ਸ਼ਰਮ ਹੀ ਨਹੀਂ ਆਈ। ਪਾਵਰਾਂ ਸਾਡੇ ਕੋਲ, ਅਸੀਂ ਫੇਰ ਨਹੀਂ ਕੁਝ ਕਰ ਸਕੇ। ਲਾਲਚ। ਕਿਹਨੇ ਸਵਾਲ ਕੀਤਾ, ਪਾਪ ਦਾ ਬਾਪ ਕੌਣ ਹੈ? ਸਾਨੂੰ ਸਵਾਲ ਕੀਤਾ ਕਿਹਨੇ, ਪਾਪ ਦਾ ਬਾਪ ਕੌਣ ਹੈ? ਮੈਂ ਕਿਹਾ ਬੜੀ ਸੌਖੀ ਜਿਹੀ ਗੱਲ ਹੈ। ਪਾਪ ਦਾ ਬਾਪ ਲਾਲਚ ਹੈ। ਜਦੋਂ ਲਾਲਚ ਹੋ ਗਿਆ ਪਾਪ ਹੋਵੇਗਾ। ਲਾਲਚ ਕਿਸੇ ਚੀਜ਼ ਤੇ ਵੀ ਆ ਜਾਏਗਾ। ਸੁੰਦਰ ਨਾਰੀ ਤੇ ਆ ਜਾਏਗਾ, ਕਿਸੇ ਦੀ ਦੌਲਤ ਤੇ ਆ ਜਾਏਗਾ, ਕਿਸੇ ਦੀ ਗੱਡੀ ਤੇ ਆ ਜਾਏਗਾ। ਪਾਪ ਹੋਵੇਗਾ। ਚੋਰੀ ਹੋਵੇਗੀ, ਠੱਗੀ ਹੋਵੇਗੀ, ਕ੍ਰਾਈਮ ਹੋਵੇਗਾ, ਰੇਪ ਹੋਵੇਗਾ। ਪਾਪ ਹੋਵੇਗਾ। ਪਾਪ ਹੈ, ਲਾਲਚ ਹੈ ਪਾਪ ਦਾ ਬਾਪ। ਲਾਲਚ ਪਾਪ ਕਰਾਉਂਦਾ ਵਾ, ਚਾਹੇ ਵੋਟਾਂ ਦਾ ਹੋਵੇ ਤੇ ਚਾਹੇ ਨੋਟਾਂ ਦਾ ਹੋਵੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਜੀਵਨ ਆਪਣਾ ਕੱਟ ਕੇ ਜਾਣਾ, ਜਾਂਦਿਆਂ ਨੂੰ ਪੁੱਛਣਾ ਵਾ। ਔਰ ਇਦਾਂ ਦਾ ਕੰਮ ਕਰਕੇ ਜਾਓ, ਜਬ ਹਮ ਆਏ ਜਗਤ में जग हंसा हम रोए, ਐਸੀ ਕਰਨੀ ਕਰ ਚਲੋ ਤੁਮ ਹੰਸੋ ਜਗ ਰੋਏ। ਤੇ ਜਗ ਚ ਆਏ ਸੀ ਨਾ, ਰੋਂਦੇ ਆਏ ਸੀ, ਮਾਂ ਦੇ ਕੋਖ ਤੋਂ ਜਨਮ ਲਿਆ ਤੇ ਲੇਰਾ ਮਾਰਦੇ ਆਏ। ਤਾਂ ਇਦਾਂ ਦਾ ਕੰਮ ਕਰਦੇ ਤੁਸੀਂ ਹੱਸਦੇ ਜਾਓ ਤੇ ਜਗ ਰੋਂਦਾ ਹੋਵੇ ਤੁਹਾਡੇ ਕਰਮਾਂ ਨੂੰ ਔਰ ਤੁਹਾਡੇ ਕੀਤੇ ਹੋਏ ਨੇਕ ਕੰਮਾਂ ਨੂੰ। ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੇ ਨਾਲ ਸਾਡਾ ਖੂਨ ਦਾ ਰਿਸ਼ਤਾ ਨਹੀਂ। ਆ ਪਿਛਲੇ ਹਫ਼ਤੇ 2 ਹਫ਼ਤਿਆਂ ਦੇ ਵਿੱਚ ਜਦੋਂ ਚੱਲਦਾ ਸੀਗਾ ਨਾ ਫਤਿਹਗੜ੍ਹ ਸਾਹਿਬ, ਇਹ ਪ੍ਰੋਗਰਾਮ ਚੱਲਦਾ ਹੈਗਾ, ਪੂਰੀ ਦੁਨੀਆ ਰੋਂਦੀ ਪਈ ਸੀ ਉਹਨਾਂ ਬੱਚਿਆਂ ਦੇ ਕੁਰਬਾਨੀਆਂ ਨੂੰ ਦੇਖ ਕਰਕੇ। ਐਡੀਆਂ ਕੁਰਬਾਨੀਆਂ ਦੇ ਗਏ ਤਾਂ ਤੁਸੀਂ ਵੀ ਉਹ ਮਾਵਾਂ ਮੋਹ ਗੁਜਰੀ ਮਾਂ ਵਰਗੀਆਂ ਆਪਣੇ ਬੱਚਿਆਂ ਨੂੰ ਆਪਣੇ ਗੰਦ ਚੋਂ ਕੱਢ ਲਓ, ਨਸ਼ਿਆਂ ਚੋਂ ਕੱਢ ਲਓ ਜੇ ਕੱਢ ਸਕਦੀਆਂ ਤਾਂ। ਆਪਣਾ ਜੀਵਨ, ਆਪਣੀ ਕੋਖ ਨੂੰ ਕਲੰਕ ਨਾ ਕਰੋ। ਲਾਓ ਬੱਚਿਆਂ ਆਪਣਿਆਂ ਨੂੰ ਅੱਛੇ ਨੇਕ ਰਸਤਿਆਂ ਦੇ ਉੱਤੇ। ਉਹ ਕਿਸੇ ਦੀ ਮਦਦ ਲੈ ਲਓ, ਕੋਈ ਸੰਤ ਮਹਾਤਮਾ, ਕੋਈ ਗੁਰੂ ਦੀ ਬਾਣੀ ਜਿਹੜੀ ਆ, ਇਹ ਤੋਂ ਵੱਡਾ ਹੋਰ ਕੁਛ ਨਹੀਂ ਹੈਗਾ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰਾ ਹੈ। ਕਮਾਲ ਦੀ ਗੱਲ ਹੈ। ਬਾਣੀ ਗੁਰੂ ਹੈ ਬਾਣੀ। ਬਾਣੀ ਤੇ ਸ਼ਬਦ ਹੈ ਤੇ ਗੁਰੂ ਸਰੀਰ ਹੈ। ਕੀ ਕਹਿੰਦੇ? ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤਸਰ ਹੈ। ਜੇ ਬਾਣੀ ਸ਼ਬਦ ਹੈ ਤੇ ਇਹਦਾ ਮਤਲਬ ਗੁਰੂ ਵੀ ਸ਼ਬਦ ਹੈ। ਹਾਂ, ਗੁਰੂ ਸ਼ਬਦ ਸੀ। ਜਦ ਤੱਕ ਗੁਰੂ ਸ਼ਬਦ ਸੀ ਸੂਖਸ਼ਮ ਦੇ ਵਿੱਚ, ਜਦ ਤੱਕ ਗੁਰੂ ਨੇ 5 ਤੱਤ ਦਾ ਸਰੀਰ ਨਹੀਂ ਧਾਰਨ ਕੀਤਾ, ਉਦੋਂ ਗੁਰੂ ਸੂਖਸ਼ਮ ਦੇ ਵਿੱਚ ਸ਼ਬਦ ਸੀ, ਬਾਣੀ ਸੀ, ਤਾਕਤ ਸੀ। ਜਦ ਸਰੀਰ ਦੇ ਵਿੱਚ ਆਇਆ, ਉਹੀ ਸਰੀਰ ਤਾਕਤ ਦੇ ਵਿੱਚ ਵਰਕ ਕੀਤਾ, ਇੱਕ ਤੁਹਾਡੇ ਮੇਰੇ ਵਰਗੇ ਸਰੀਰ ਦੇ ਵਿੱਚ। ਕ੍ਰਿਸ਼ਨ ਮਹਾਰਾਜ ਨੂੰ ਸਵਾਲ ਕਰ ਦਿੱਤਾ,
गुरु गोबिंद सिंह महाराज ने सवाल किया, महाराज रब धरती ते किद्दां आउंदा वा? ते गुरु गोबिंद सिंह का जवाब पता की है? महाराज कहते जब जब होए अरिष्ट अपारा, तब तब दे धारे करतारा। निरंकार अकाल पुरख करतार जिहड़ा ना, उदों देह दे विच धरती ते आउंदा तुहानूं सानूं लोकां नूं अपने नाल लैके जुल्म नाल टक्कर लैण वास्ते, जालम दे नाल टक्कर लैण वास्ते। जो गुरु गोबिंद सिंह ने वो काम किया, राम ने वो काम किया, कृष्ण ने वो काम किया। एक हसदा हसदा बंदा वो कहता, बाबा जी अजकल बड़ियां चीज़ां चलदियां हैगियां, पर मैनूं एक गल दसो, जिहड़ा कृष्ण सी कौन सी? रिकॉर्ड हो रहा वा, कृष्ण कौन सी? मैं पांडवां दा ड्राइवर सीगा, पांडवां दा ड्राइवर सी। भगवान होवेगा दुनिया वास्ते, पर पांडवां दा ड्राइवर सी। पर जंग दे मैदान च अर्जन दा रथ चला रहा सी। तो मैं दूजे पासे हुण मैं तैनूं दस्सां की है शुगल दी गल। महा ड्राइवर कौन हुंदे आ? कोई भी बन सकदा हैगा। ते बहुते ड्राइवर जिहड़े जाटी अजकल जिन्ने ट्राले चलदे ना अमेरिका कनेडा दे विच ना, सारे जट ही आ चलाउंदे है। उन्हें हनुमान नूं जट बनाता। वो कहंदे जी जिद्दां भगवंत मान आ, गुरदास मान है, वो माना दे नाम है। कहंदे हनुमान भी ना उहदा हनु सी, गोद उहदा मान सी, इस करके हनुमान जट सीगा। वो झगड़ा पाता, सियापा पाता, वो इहदे उत्ते सियासत चलनी शुरू हो गई। वो कहते जी कृष्ण भी जाटी सीगा, ਇਹਦਾ मतलब जाटी ड्राइवर है, ट्रकों लॉरियां ਵੱਡੀਆਂ ਵੱਡੀਆਂ ਦੇ आ जिन्ने भी तुसीं चल जाओ कैनेडा ਦੇ ਵਿੱਚ ਕਿਸੇ सड़क ਤੇ चल जाओ, ਤੁਹਾਨੂੰ जाटी ड्राइव करते दिखणगे। ਤੇ ਉਹ भी तो ड्राइव ਸੀਗਾ, ਉਹ ਘੋੜਿਆਂ ਦਾ ड्राइवर ਸੀਗਾ, ਤੇ ਇਹ ਲੌਰੀਆਂ ਦੇ ड्राइवर ਹੈਗੇ ਆ, ਉਹ ਵੀ जाटी ਸੀਗਾ। ਮੈਂ ਕਿਹਾ ਭਰਾ ਮੇਰਿਆ ਕਿਤੇ ਸਿਆਪਾ ਨਾ ਪਾ ਦੀ, ਹੋਰ ਅੱਗੇ ਅੱਗੇ ਬਹੁਤ ਚੀਜ਼ਾਂ ਚੱਲਦੀਆਂ ਹੈਗੀਆਂ। ਮੈਂ ਕਿਹਾ ਜੋਕ ਨਾ ਸਮਝੇ, ਮੈਂ ਸੀਰੀਅਸ ਹੋ ਕੇ ਕਹਿਣਾ। ਮੈਂ ਹਿੰਦੁਸਤਾਨ ਦੇ ਵਿੱਚ ਹਨੂਮਾਨ ਦੇ ਉੱਤੇ ਲੜਾਈ ਚੱਲ ਪਈ ਹੈਗੀ। मैं कोई नहीं ये समझदा कि असीं रब दे बंदे हैगे आ, बदियां करदे आ ते बुराइयां करदे आ। असीं बंदियां तो उखड़ करके लाइन बदियां दी लाइन दे विच आ गए आ। ते महाराज गुरु गोबिंद सिंह कहंदे आ जे तुसीं बंदे बन जाओ ना ते रब तुहाडा साथ दे दे। महाराज ने आख्या तू सब कुछ मैनू सौंपिया, कदों? जा मैं तेरा बंदा। हेमकुंट पहाड़ दे उत्ते महाराज ने बंदगी की। हेमकुंट पर्वत है जहां, सप्त सरंग सोबत है तहां, तहां बैठ आदक तपस्या साधी, महाकाल काल का राधी। मौत की भी जी ताकत उपर दी सी ना, मौत नूं भी बनाउण वाली, काली नूं भी बनाउण वाली जिहड़ी ताकत सी, कहंदे मैं ओहदा सिमरन कीता वा, ओहदा नाम जपिया वा। जद मैं नाम जपिया, बंदगी की, तो फिर आ गल मैनू कहनी पई, तुद सब कुछ मैनू दाता, तू मैनू सारा कुछ उदों दे दिता और मैनू अपना पुत्र बना लिया। महाराज गुरु गोबिंद सिंह ने आख्या परमात्मा तुहे मैं अपना सुत नवाजा, तेनू अपना पुत्र बना के भेज रहा वां, एडी वड्डी उपाधि दे के भेज रहा, तू मेरा पुत्र है, तेनू पुत्र बना के भेज रहा। वो कहंदे फिर पंथ तां चलेगा जे मेरी गल सुनेगा। कहंदे की पंथ चले तब जगत में जब तुम होवो सहाई। मेरा साथ देवेगा तां चलेगा ये पंथ, तां चलेगा ये। वो कहते ठीक है, नाल साथ दिता, हर थां दे उत्ते दिता। 4 बच्चों की कुर्बानी देनी कोई सौखी गल नहीं, पिता शहीद कराउणा, मां शहीद करानी कोई सौखा काम नहीं। परमात्मा दा नाल अंग संग रह करके एडा वड्डा काम परमात्मा ने करवाया। वो कुर्बानियां जिहड़ियां साडे तुहाडे अंदर भरियां कि तुसीं भी किसी माता गुजरी वर्गियां मावां हो, तुसीं भी गुरु गोबिंद सिंह दे बच्चों वर्गे बच्चे हो जिहड़े इन्हां दे अंदर वो जरूरत वो नाम की ताकत भर दिओ जिहड़े ये जुल्म ते जालम तो उपर उठ जाना। तू सब कुछ मैनू सौंपिया जा तेरा बंदा, लखमी तोड़ना आवी खावे खर्चर बंदा, लख 84 मेहनतनी सब सेव करन दा। ये वैरी सब कीतिया, ये बैरी जिन्ने सी बैरी सब मित्र बनाते मेरे, ये बैरी सब कीतिया ना ही मंगे मंदा, ये बैरी मित्र बनाते आ। हुण मेरा मंदा कौन मंगेगा, बुरा कौन मंगेगा? ये तो सारे दोस्त बन गए। काम क्रोध लोभ हंकार जिहड़े वो तो मेरे दोस्त बन गए, बुरा किद्दां करनगे? वो तो काबू आ गया। जे गुरु नानक मंग सकते आ
ਗੁਰੂ ਨਾਨਕ ਮਹਾਰਾਜ ਨੇ ਸਵਾਮੀ ਚੇਤਨ ਦਾਸ ਤੋਂ ਇਹ ਦਾਤ ਮੰਗੀ। ਕਿਹੜੀ? ਪਹਿਲਾਂ ਤਾਂ ਉਹਨਾਂ ਨੂੰ ਇੱਕ ਗੱਲ ਬੇਨਤੀ ਕੀਤੀ, ਜਿਹੜੇ ਕਹਿੰਦੇ ਭੁੱਖੇ ਨੰਗੇ ਸਾਧੂ ਸੀਗੇ, ਉਹ ਸਵਾਮੀ ਚੇਤਨ ਦਾਸ 52 ਸਾਧੂ ਸੀ ਬੈਠੇ, 48 ਘੰਟੇ ਹੋ ਗਏ ਸੀ ਉਹਨਾਂ ਨੂੰ ਭੁੱਖਿਆਂ ਨੂੰ, ਪਾਠ ਕਰਦਿਆਂ ਪੂਜਾ ਕਰਦਿਆਂ ਭੁੱਖਿਆਂ ਨੂੰ 48 ਘੰਟੇ ਹੋ ਗਏ ਸੀਗੇ। ਜਦ ਮਹਾਰਾਜ ਗੁਰੂ ਨਾਨਕ ਤੇ ਬਾਲਾ ਨਾਲ ਗਿਆ, ਉਹਨੇ ਜਾ ਕੇ ਪਤਾ ਕੀਤਾ ਕਿ ਮਹਾਂਪੁਰਖ ਪਾਠ ਕਰਦੇ ਆ, ਜਪ ਕਰਦੇ ਹੈਗੇ ਆ, ਇਹਨਾਂ ਨੇ ਕੋਈ ਖਾਧਾ? ਕਹਿੰਦੇ 48 ਘੰਟੇ ਹੋ ਗਏ, ਕੁਛ ਨਹੀਂ ਮੂੰਹ ਪਾਇਆ। ਕਹਿੰਦੇ ਅੱਛਾ, ਇਹਨਾਂ ਨੇ ਲੰਗਰ ਤਿਆਰ ਕਰਨਾ ਪਏਗਾ। ਮਹਾਰਾਜ ਨੇ ਲੰਗਰ ਤਿਆਰ ਕੀਤਾ, ਕੰਬਣੀਆਂ ਲਿਆਂਦੀਆਂ ਉਹਨਾਂ ਦੇ ਵਾਸਤੇ, ਲੋਈਆਂ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ, ਉਹ ਤਿਆਰ ਕਰਕੇ ਸਾਰਾ ਲੰਗਰ ਤਿਆਰ ਕਰਕੇ ਜਦੋਂ ਪੂਰੀ ਸਮਾਪਤੀ ਕਰਕੇ ਉੱਠੇ ਤੇ ਮਹਾਰਾਜ ਨੇ ਬੇਨਤੀ ਕਰ ਦਿੱਤੀ, ਕਹਿੰਦੇ ਜੀ ਅਸੀਂ ਤੁਹਾਡੇ ਵਾਸਤੇ ਲੰਗਰ ਤਿਆਰ ਕੀਤਾ, ਤੁਸੀਂ ਭੋਗ ਲਾਓ। ਅੱਗੋਂ ਸਵਾਮੀ ਚੇਤਨ ਦਾਸ ਕਹਿੰਦਾ, ਇੱਕ ਸ਼ਰਤ ਤੇ, ਜੇ ਤੂੰ ਸਾਨੂੰ ਲੰਗਰ ਖਵਾਉਣਾ ਤਾਂ ਤੈਨੂੰ ਸਾਡੇ ਤੋਂ ਵੀ ਕੁਝ ਲੈਣਾ ਪਵੇਗਾ। ਗੁਰੂ ਨਾਨਕ ਕਹਿੰਦੇ ਜ਼ਰੂਰ ਮੰਗਾਂਗਾ। ਲੰਗਰ ਨੂੰ ਭੋਗ ਲਾਓ, ਲੰਗਰ ਛਕੋ, ਦਕਸ਼ਨਾ ਦੇ ਵਿੱਚ ਇਹ ਲੋਈਆਂ ਵਾ ਤੁਹਾਡੇ ਲਈ। ਕਹਿੰਦਾ ਠੀਕ ਆ। ਸਵਾਮੀ ਚੇਤਨ ਦਾਸ ਆਪਣੇ ਸਾਰੇ ਸਾਥੀਆਂ ਨੂੰ ਲੈ ਕਰਕੇ ਲੰਗਰ ਛਕਿਆ। ਲੰਗਰ ਛਕਣ ਤੋਂ ਬਾਅਦ ਕਹਿੰਦੇ ਨਾਨਕ ਮੰਗ ਹੁਣ ਕੀ ਮੰਗਦਾ ਮੈਂ? ਕਹਿੰਦੇ ਜੀ ਤੁਸੀਂ ਆਪੇ ਹੀ ਦਿਆਲ ਹੋ ਕੇ, ਜੋ ਦਿਆਲ ਹੋਏ ਆਪੇ ਹੀ ਦੇ ਦਿਓ। ਕਹਿੰਦੇ ਨਾਨਕ ਜੇ ਮੈਂ ਤੈਨੂੰ ਆਪੇ ਦੇ ਦਿੱਤੀ ਕੋਈ, ਜੋ ਚੀਜ਼ ਤੇਰੇ ਕੋਲ ਪਹਿਲਾਂ ਹੋਈ ਨਾ ਤਾਂ ਅਨਵਾਂਟਡ ਗਿਫਟ ਹੋ ਜਾਂਦਾ, ਕਿ ਉਹ ਤਾਂ ਪਹਿਲਾਂ ਹੀ ਮੇਰੇ ਕੋਲ ਹੈਗੀ ਆ ਤੇ ਮੇਰੇ ਕੋਲ ਹੋਰ ਮੈਂ ਕੀ ਕਰਨੀ ਆ। ਦੋ ਚੀਜ਼ਾਂ ਹੋ ਜਾਣ, ਕਹਿੰਦਾ ਬੰਦਾ ਕੀ ਕਰਨੀਆਂ ਦੋ, ਤੇ ਨਿਆਣਿਆਂ ਨੂੰ ਲਿਆ ਕੇ ਦੇ ਦਿਓ। ਕਹਿੰਦਾ ਮੰਮੀ ਉਹ ਤਾਂ ਪਹਿਲਾਂ ਹੈਗੀ ਹੈ, ਕੀ ਕਰਨ ਨੂੰ ਲਿਆਂਦੀ, ਯੂ ਵੇਸਟ ਯੂ ਮਨੀ। ਨਾਨਕ ਤੂੰ ਮੰਗ। ਕਹਿੰਦੇ ਮੰਗਾ? ਕਹਿੰਦੇ ਹਾਂ ਮੰਗਾ। ਗੁਰੂ ਨਾਨਕ ਨੇ ਬੇਨਤੀ ਕੀਤੀ, ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਈ, ਅੰਤਰਜਾਮੀ ਪੁਰਖ ਵਧਾਤੇ। ਕਹਿਣ ਲੱਗੇ, ਉਹਨੂੰ ਅੰਤਰਜਾਮੀ ਕਿਹਾ। ਕਹਿੰਦੇ ਅੰਤਰਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ, ਮੋਕੋ ਕਰ ਸੰਤਨ ਕੀ ਤੂਰੇ। ਗੁਰੂ ਨਾਨਕ ਨੇ ਆਹ ਚੀਜ਼ ਮੰਗੀ, ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਲੈ। ਕਹਿੰਦਾ ਤਥਾਸਤੂ ਜਾ। ਵਚਨ ਦੇ ਦਿੱਤਾ ਹੈ ਉਸ ਲਈ। ਸਵਾਮੀ ਚੇਤਨ ਦਾਸ ਨੇ ਵਚਨ ਦੇ ਦਿੱਤਾ ਗੁਰੂ ਨਾਨਕ ਨੂੰ। ਕਹਿੰਦਾ ਨਾਨਕ ਅਧੂਰੀ ਰਹਿ ਗਈ ਤੇਰੀ ਚੀਜ਼, ਤੂੰ ਮੰਗਣਾ ਹੋਰ ਕੋਈ ਸੀ? ਕਹਿੰਦੇ ਹਾਂ, ਦਿਆਲ ਹੋਏ ਦੇ ਦੋ। ਕਹਿੰਦੇ ਮੰਗ। ਗੁਰੂ ਨਾਨਕ ਨੇ ਆ ਮੰਗ ਕੀਤੀ, ਕਿਹੜੀ? ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਸਵਾਮੀ ਉਹ ਨਾਮ ਦੇ ਦੇ ਜਿਹਦੇ ਨਾਲ ਮਿਲੇ ਮਨ ਦੀ ਭੁੱਖ। ਇਹ ਵਿਕਾਰਾਂ ਦਾ ਭੁੱਖਾ ਰੱਜਦਾ ਹੀ ਨਹੀਂ ਹੈਗਾ। ਉਹ ਖੁਰਾਕ ਦੇ ਦੇ ਜਿਹਦੇ ਨਾਲ ਇਹਦੀ ਭੁੱਖ ਮਰ ਜਾਏ। ਨਾਮ ਦੇ ਦੇ। ਗੁਰੂ ਨਾਨਕ ਨੂੰ ਨਾਮ ਮਿਲਿਆ, ਨਾਂ ਰੱਖਿਆ ਉਹਦਾ ਸੱਚਾ ਸੌਦਾ। ਉਹ ਮੱਝਾਂ ਨਹੀਂ ਖਰੀਦੀਆਂ ਗੁਰੂ ਨਾਨਕ ਨੇ, ਨਾਮ ਲੈ ਕਰਕੇ ਨਾਮ ਉਹਦਾ ਰੱਖਿਆ ਸੱਚਾ ਸੌਦਾ। ਮੈਂ ਸੱਚਾ ਸੌਦਾ ਕੀਤਾ ਵਾ। ਦਾਤ ਮੰਗੀ। ਗੁਰੂ ਨਾਨਕ ਦੇ ਸਵਾਮੀ ਚੇਤਨ ਦਾਸ ਗੁਰੂ ਹੋਏ। ਗੁਰੂ ਗੋਬਿੰਦ ਸਿੰਘ ਦੇ ਦੋ ਗੁਰੂ, ਮਾਮਾ ਕਿਰਪਾਲ ਦਾ ਸ਼ਾਸਤਰ ਵਿਦਿਆ ਦਾ ਗੁਰੂ, ਤੇਗ ਬਹਾਦਰ ਸਾਹਿਬ ਸਪਿਰਚੁਅਲ ਦੇ ਗੁਰੂ। ਬਾਕੀ ਸਾਰੇ ਗੁਰੂਆਂ ਦੇ, ਗੁਰੂ ਨਾਨਕ ਤੋਂ ਲੈ ਕਰਕੇ 10ਵੀਂ ਪਾਤਸ਼ਾਹੀ ਤੱਕ। ਰਾਮ ਦੇ ਦੋ ਗੁਰੂ ਸੀਗੇ, ਵਸ਼ਿਸ਼ਟ ਅਧਿਆਤਮਕ ਦਾ ਗੁਰੂ ਸੀਗਾ ਤੇ ਵਿਸ਼ਵਾਮਿੱਤਰ ਉਹਨਾਂ ਦਾ ਸ਼ਾਸਤਰ ਵਿਦਿਆ ਦਾ ਗੁਰੂ ਸੀ। ਕ੍ਰਿਸ਼ਨ ਨੇ ਸ਼ਾਸਤਰ ਵਿਦਿਆ ਨਹੀਂ ਚਲਾਈ, ਉਹਨੇ ਸਿਰਫ ਸੁਦਰਸ਼ਨ ਚੱਕਰ ਆਪਣੇ ਕੋਲ ਰੱਖਿਆ। ਉਹ ਪਾਵਰ ਸੀ, ਕੋਈ ਰੱਖੀ ਕੋਲ, ਹੋਰ ਸ਼ਾਸਤਰ ਕੋਈ ਨਹੀਂ ਰੱਖਿਆ। ਉਹ ਸਿੱਖਣ ਦੀ ਲੋੜ ਨਹੀਂ ਪਈ ਉਹਨੂੰ। ਉਹ ਗੁਰੂ ਨੇ, ਦਰਬਾਸ਼ਾ ਰਿਸ਼ੀ ਨੇ ਬਖਸ਼ਿਸ਼ ਦੇ ਦਿੱਤੀ ਸੀਗੀ ਸੁਦਰਸ਼ਨ ਚੱਕਰ ਦੀ। ਔਰ ਅਧਿਆਤਮਕ ਦਾ ਗੁਰੂ ਇੱਕੋ ਹੀ ਹੋਇਆ ਕ੍ਰਿਸ਼ਨ ਦਾ। ਹਰ ਮਹਾਂਪੁਰਖ ਦਾ ਗੁਰੂ ਹੋਇਆ। ਰਾਜਾ ਜਨਕ ਦਾ ਗੁਰੂ ਹੋਇਆ ਅਸ਼ਟਾਵਕਰ। ਜਿਸ ਰਾਜਾ ਜਨਕ ਨੇ ਨਾਮ ਜਪ ਕਰਕੇ ਤੁਹਾਨੂੰ ਸਾਨੂੰ ਨਾ, ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ 'ਚ ਲਿਖਣਾ ਪੈ ਗਿਆ ਗੁਰੂ ਨਾਨਕ ਨੂੰ, ਔਰ ਏਡੀ ਵੱਡੀ ਸਿਫਤ ਕਰ ਦਿੱਤੀ। ਧੰਨ ਧੰਨ ਰਾਜਾ ਜਨਕ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਿਓ ਜਿਨ ਪਾਪੀ ਤਾਰੇ ਨੇ। 18 ਨਰਕ ਕੁੰਡ ਖਾਲੀ ਕਰ ਦਿੱਤੇ ਰਾਜਾ ਜਨਕ ਨੇ, ਤੇ ਉਹਨਾਂ ਦੇ ਵਿੱਚੋਂ ਅੱਜ ਆਪਾਂ ਹੈਗੇ ਆ, ਉਹਨਾਂ ਦੇ ਵਿੱਚੋਂ ਆ ਆਪਾਂ। ਉਹ 18 ਨਰਕਾਂ ਕੁੰਡਾਂ ਜਿਹੜੇ ਧੱਕੇ ਖਾਂਦੇ ਸੀ ਨਾ, ਉਹਨਾਂ ਤੋਂ ਆ। ਤੇ ਜਦ ਗੁਰੂ ਨਾਨਕ ਲੈ ਕਰਕੇ ਨਾ ਉਹਨਾਂ ਨੂੰ ਆਜ਼ਾਦ ਕਰਾ ਲਿਆ ਨਰਕ ਦੇ ਵਿੱਚੋਂ ਨਾ, ਤੇ ਲੈ ਕੇ ਚਲੋ ਭਾਈ। ਤੇ ਧਰਮਰਾਜ ਪਤਾ ਕਿੱਥੇ? ਕਹਿੰਦੇ ਜੀ ਮੇਰੇ ਨਾਲ, ਕਹਿੰਦੇ
ਤੁਸੀਂ ਨਰਕਾਂ ਤੋਂ ਆਜ਼ਾਦ ਕਰਾਇਆ। ਜਿੱਥੇ ਤੁਸੀਂ ਜਾ ਰਹੇ ਹੋ ਨਾ, ਉੱਥੇ ਬੈਠਣ ਵਾਸਤੇ ਤੁਸੀਂ ਨਾਮ ਜਪ ਕੇ ਚੱਲੇ ਹੋ। ਇਹਨਾਂ ਨੂੰ ਵਾਪਸ ਧਰਤੀ ਤੇ ਜਾ ਕੇ ਨਾਮ ਜਪਾ ਕੇ ਫਿਰ ਇਹਨਾਂ ਨੂੰ ਲੈ ਜਾ ਜਿੱਦਾਂ ਮਰਜ਼ੀ, ਖੁੱਲੀ ਛੁੱਟੀ ਆ। ਤੋ ਰਾਜਾ ਜਨਕ ਨਾਨਕ ਬਣ ਕੇ ਧਰਤੀ ਤੇ ਆਇਆ। बार बार रब ना जाने बाबा किस रूप में मिल जा भगवान। हर युग में आ रहा है नानक चोला बदल बदल के। ये नाम की परिभाषा जिहड़ी है ना, शब्द जिहड़ा हैगा, इहदे तो बगैर गुजारा नहीं। बिन गुरदात को ना पावे लाख कोट जे कर्म कर। गुरु तो बगैर नाम नहीं जे मिलना, संतां तो बगैर नाम नहीं जे मिलना। मैं हर वेर तुहानूं ये समझाउंदा वां, संत स्नेही नाम है, नाम स्नेही संत, संत स्नेही नाम। नाम को संत मिलावत वो वाकवकार है, वो राबत लावण। गुरु ग्रंथ साहब महाराज कहते संत शरण च जाओ। गुरु अर्जन पातशाह ने भाग हुआ गुरु संत मिलाया, फिर की होया? प्रभ अविनाशी घर में पाया। वो परमात्मा जिहदा कदी नाश नहीं हुंदा, वो कहंदा ऐस घर चों पा लिया मैं। नानक नाम चढ़दी कला तेरे पास।